ਤਪਸਵੀ ਅਵਤਾਰ ਪੈਗੰਬਰ ਹੋਏ ਨੇ, ਸਭ ਕੇਸਾ ਧਾਰੀ ਸਨ। ਤੁਸੀਂ ਤਾਂ ਪੜ੍ਹੇ ਹੋਏ ਹੋ, ਕੋਈ ਅਨਪੜ੍ਹ ਬੰਦਾ ਸਵਾਲ ਕਰੇ ਤਾਂ ਗੱਲ ਸਮਝ ਆਉਂਦੀ। ਤੁਸੀਂ ਤਾਂ ਆਪ ਵੇਦਾਂ ਦਾ ਪਠਨ ਪਾਠਨ ਕੀਤਾ, ਸ਼ਾਸਤਰ ਪੜ੍ਹੇ ਹਨ, ਕਿ ਉਹਨਾਂ ਵਿੱਚ ਤੁਸੀਂ ਇਹ ਗੱਲ ਪੜ੍ਹੀ ਨਹੀਂ ਜਾਂ ਧਿਆਨ ਨਹੀਂ ਕੀਤਾ। ਮਹਾਰਾਜ ਜੀ ਦੇ ਬਚਨ ਸੁਣ ਕੇ ਨੌਨਿਤ ਭੰਡਾਰੀ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ ਹਨ, ਗੁਰਦੇਵ ਨਾਲ ਜੋ ਬਚਨ ਬਿਲਾਸ ਹੋ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬ ਜੀ ਦੀ ਅੰਮ੍ਰਿਤਮਈ ਕਥਾ ਸਰਵਣ ਕਰੀਏ। ਕਲਗੀਧਰ ਪੰਥ ਦੇ ਵਾਲੀ ਅੰਤਰਯਾਮੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੁਨ ਕੇ ਨੌ ਨਿਧ ਬੌਰ ਬਖਾਨਾ। ਜਦੋਂ ਸਤਿਗੁਰੂ ਜੀ ਨੇ ਪੁੱਛਿਆ, ਬਚਨ ਕੀਤਾ ਨਾ ਕਿ ਜਿੰਨੇ ਰਿਸ਼ੀ ਮੁਨੀ ਤਪਸਵੀ ਸਭ ਕੇਸਾ ਧਾਰੀ ਸਨ, ਤੋ ਸੁਣ ਕੇ ਨੌਨਿਧ ਭੰਡਾਰੀ ਬੋਲਿਆ। ਸਤਿਗੁਰੂ ਕਲਗੀਧਰ ਜੀ ਨੂੰ ਕਹਿਣ ਲੱਗਾ, ਆਪ ਕਹੋ ਸਭ ਸਾਚ ਪ੍ਰਮਾਨਾ। ਮਹਾਰਾਜ ਜੀ, ਆਪ ਜੀ ਜੋ ਕਹਿ ਰਹੇ ਹੋ ਸਭ ਸੱਚ ਹੈ ਔਰ ਪ੍ਰਮਾਣਕ ਹੈ। ਵਾਕਈ ਸ਼ਾਸਤਰਾਂ ਵਿੱਚ, ਵੇਦਾਂ ਤੇ ਪੁਰਾਣਾਂ ਵਿੱਚ ਜਿੰਨੇ ਰਿਸ਼ੀ ਮੁਨੀ ਤਪਸਵੀ ਨੇ, ਦੇਵਤੇ ਨੇ, ਚਾਹੇ ਉਹ ਬ੍ਰਹਮਾ ਜੀ ਹਨ, ਚਾਹੇ ਉਹ ਅਵਤਾਰੀ ਪੁਰਸ਼ ਹਨ, ਸਾਰੇ ਕੇਸਾ ਧਾਰੀ ਨੇ, ਐਸਾ ਵਰਣਨ ਆਉਂਦਾ ਹੈ। ਆਪ ਜੀ ਨੇ ਜੋ ਕਿਹਾ ਬਿਲਕੁਲ ਸੱਚ ਹੈ ਔਰ ਪ੍ਰਮਾਣਕ ਹੈ। ਪ੍ਰਥਮ ਕੇਸ਼ ਧਾਰੀ ਸਭ ਕੋਈ। ਪਹਿਲੇ ਸਮੇਂ ਵਿੱਚ ਹਰ ਇੱਕ ਜੀਵ ਕੇਸਾ ਧਾਰੀ ਸੀ। ਚਾਹੇ ਕੋਈ ਸਧਾਰਨ ਵਿਅਕਤੀ ਸੀ, ਉਹ ਵੀ ਕੇਸਾ ਧਾਰੀ ਸਨ। ਚਾਹੇ ਉਹ ਦੇਵ ਕੋਟੀ ਵਿੱਚ ਸਨ, ਉਹ ਵੀ ਕੇਸਾ ਧਾਰੀ ਸਨ। ਚਾਹੇ ਉਹ ਅਵਤਾਰੀ ਪੁਰਸ਼ ਸਨ, ਉਹ ਵੀ ਕੇਸਾ ਧਾਰੀ ਸਨ। ਸੰਤ ਕੋਟੀ ਵਿੱਚ ਜਿੰਨੇ ਰਿਸ਼ੀ ਮੁਨੀ ਤਪਸਵੀ ਸਨ, ਉਹ ਸਾਰੇ ਕੇਸਾ ਧਾਰੀ ਸਨ। ਅਬ ਤੋ ਸਮਾਰਿਓ ਨੇ ਸੋਈ। ਪਰ ਮਹਾਰਾਜ, ਉਹ ਤਾਂ ਪੁਰਾਣੇ ਸਮਿਆਂ ਦੀਆਂ ਗੱਲਾਂ ਨੇ, ਹੁਣ ਤਾਂ ਉਹ ਸਮਾਂ ਨਹੀਂ ਰਿਹਾ ਕੇਸਾ ਧਾਰੀਆਂ ਦਾ। ਪਹਿਲਾਂ ਹੁੰਦੇ ਸਨ ਲੋਕ ਕੇਸਾ ਧਾਰੀ, ਸਾਰੇ ਲੋਕ ਕੇਸਾ ਧਾਰੀ ਸੀ, ਸਾਰੇ ਦੇਵਤੇ ਕੇਸਾ ਧਾਰੀ ਸਨ। ਉਹ ਤਾਂ ਮਹਾਰਾਜ ਪਹਿਲੇ ਸਮੇਂ ਦੀਆਂ ਗੱਲਾਂ ਨੇ, ਹੁਣ ਤਾਂ ਉਹ ਸਮਾਂ ਨਹੀਂ ਰਿਹਾ। ਸ਼੍ਰੀ ਗੁਰ ਪੰਨਿਓ ਸਮਾਂ ਕਿਆ ਕਹੇ। ਜਦੋਂ ਨੌਨਿਧ ਭੰਡਾਰੀ ਨੇ ਗੱਲ ਕਹੀ ਤੇ ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ। ਮਹਾਰਾਜ ਜੀ ਕਹਿਣ ਲੱਗੇ, ਨੌਨਿਧ ਜੀ ਇਹ ਦੱਸੋ ਸਮਾਂ ਕੀ ਕਹਿੰਦਾ ਹੈ? ਸਮਾਂ ਭਲਾ ਕੀ ਆਖਦਾ ਹੈ? ਸੋ ਰਵ ਸੋ ਸਸ ਸੋ ਜਲ ਆਹੇ। ਜਦੋਂ ਕੇਸਾ ਧਾਰੀ ਲੋਕ ਸਨ ਕਿ ਉਦੋਂ ਆ ਸੂਰਜ, ਚੰਦਰਮਾ, ਤਾਰੇ, ਧਰਤੀ, ਇਹ ਨਹੀਂ ਸੀ ਕੋਈ ਹੋਰ ਸੂਰਜ ਸੀ ਭਲਾ? ਉਹੀ ਸੂਰਜ ਸੀ ਨਾ ਜਿਹੜਾ ਹੁਣ ਚਮਕ ਰਿਹਾ, ਉਹੀ ਚੰਨ ਤੇ ਉਹੀ ਤਾਰੇ ਸਨ ਜਿਹੜੇ ਹੁਣ ਚਮਕ ਰਹੇ ਨੇ, ਉਹੀ ਧਰਤੀ ਹੈ ਜਿਹੜੀ ਉਸ ਵੇਲੇ ਸੀ। ਫਰਕ ਤਾਂ ਕੋਈ ਨਹੀਂ, ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦਨਿਗਰ ਤਪਤ ਰਹੈ। ਸਮਾਂ ਕੀ ਆਖਦਾ ਭਲਾ? ਚੰਦਰਮਾ, ਸੂਰਜ, ਧਰਤੀ ਸਭ ਕੁਝ ਉਹੀ ਹੈ। ਵਾਯੂ ਬੰਨੀ ਬਸੁੱਧਾ ਓਈ। ਹਵਾ ਵੀ ਉਹੀ ਹੈ, ਧਰਤੀ ਵੀ ਉਹੀ ਹੈ ਤੇ ਅੱਗ ਵੀ ਉਹੀ ਹੈ। ਦੋਸ਼ ਸਮੇਂ ਕੋ ਕਿਆ ਕਹਿ ਕੋਈ। ਕੋਈ ਸਮੇਂ ਦੇ ਉੱਤੇ ਦੋਸ਼ ਕਾਹਨੂੰ ਲਾਉਣਾ, ਵੀ ਸਮਾਂ ਨਹੀਂ ਹੈ ਜੀ। ਹੁਣ ਉਹ ਸਮਾਂ ਹੋਰ ਹੁੰਦਾ ਸੀ, ਹੋਰ ਨੂੰ ਕੀ ਭਲਾ? ਉਦੋਂ 4 ਚੰਨ ਚੜ੍ਹਦੇ ਸੀ, ਜਾਂ ਉਦੋਂ 5-7 ਸੂਰਜ ਇਕੱਠੇ ਚੜ੍ਹਦੇ ਹੁੰਦੇ ਸੀ। ਉਹੀ ਸੂਰਜ ਆ ਜਿਹੜਾ ਹੁਣ ਚਮਕ ਰਿਹਾ। ਸਮੇਂ ਦੇ ਉੱਤੇ ਦੋਸ਼ ਕਾਹਨੂੰ? ਅੱਜ ਕੱਲ ਵੀ ਬਹੁਤ ਸਾਰੇ ਲੋਕ ਇਹੀ ਬਹਾਨਾ ਲਾਉਂਦੇ ਐ, ਕਹਿੰਦੇ ਜੀ ਹੁਣ ਉਹ ਸਮਾਂ ਥੋੜੀ ਹੈ ਜੀ, ਹੁਣ ਕੇਸ ਨਹੀਂ ਰੱਖੇ ਜਾਂਦੇ, ਟਾਈਮ ਨਹੀਂ ਹੁੰਦਾ ਪੱਗ ਬੰਨਣ ਦਾ, ਕੰਘਾ ਕਰਨ ਦਾ ਜੀ, ਹੁਣ ਉਹ ਸਮਾਂ ਥੋੜੀ ਹੈ ਜਿਹੜਾ ਪਹਿਲਾਂ ਹੁੰਦਾ ਸੀ। ਅੱਜ ਕੱਲ ਸਮੇਂ ਹੋਰ ਨੇ। ਪਾਤਸ਼ਾਹ ਕਹਿੰਦੇ ਆ, ਦੱਸੋ ਭਲਾ ਉਦੋਂ ਕੋਈ ਹੋਰ ਸੂਰਜ, ਚੰਦਰਮਾ, ਤਾਰੇ ਸੀ ਜਿਹੜੇ ਤੁਹਾਡੇ ਵੇਲੇ ਆ ਕੇ ਬਦਲ ਗਏ ਨੇ?
ਇਹਦੇ ਵਿੱਚ ਤੁਸੀਂ ਸਮੇਂ ਦੇ ਉੱਤੇ ਕਾਹਦਾ ਦੋਸ਼ ਆਰੋਪਦੇ ਹੋ? अपन आप को दोष लखीजै। ਸਮੇਂ ਦਾ ਕੋਈ ਦੋਸ਼ ਨਹੀਂ, ਇਹ ਤੁਹਾਡਾ ਆਪਣੇ ਆਪ ਦਾ ਦੋਸ਼ ਹੈ। ਇਹਦੇ ਤੇ ਸਮੇਂ ਨੂੰ ਨਾ ਤੁਸੀਂ ਕੋਸੋ, ਸਮੇਂ ਨੂੰ ਨਾ ਆਖੋ ਕਿ ਸਮੇਂ ਦੀ ਕਮੀ ਹੈ ਜਾਂ ਸਮੇਂ ਦਾ ਦੋਸ਼ ਹੈ। ਮਹਾਰਾਜ ਕਹਿੰਦੇ ਤੁਹਾਡਾ ਆਪਣਾ ਦੋਸ਼ ਹੈ, ਇਹਦੇ ਵਿੱਚ ਸਮੇਂ ਤੇ ਕੋਈ ਦੋਸ਼ ਨਾ ਲਾਓ। राखे जाए ना साच कहीजै। ਸੱਚ ਕਹੋ ਵੀ ਤੁਹਾਡੇ ਕੋਲ ਰੱਖੇ ਨਹੀਂ ਜਾਂਦੇ। ਸਮੇਂ ਦੀ ਕੀ ਗੱਲ ਕਰਦੇ ਹੋ ਤੁਸੀਂ? ਇਹ ਕਿਉਂ ਕਹਿੰਦੇ ਹੋ ਜੀ ਉਦੋਂ ਸਮਾਂ ਹੋਰ ਸੀ ਹੁਣ ਹੋਰ ਹੈ? ਮਹਾਰਾਜ ਕਹਿੰਦੇ ਸਮੇਂ ਤੇ ਦੋਸ਼ ਨਾ ਲਾਓ, ਦੋਸ਼ ਤੁਹਾਡਾ ਹੈ। ਸੱਚ ਕਹੋ ਕਿ ਤੁਹਾਡੇ ਕੋਲੋਂ ਕੇਸ ਰੱਖੇ ਨਹੀਂ ਜਾਂਦੇ। केशन रखन की समरथ हीने। ਤੁਸੀਂ ਕੇਸ ਰੱਖਣ ਦੀ ਸਮਰੱਥਾ ਤੋਂ ਹੀਣੇ ਹੋ ਗਏ ਹੋ। ਤੁਹਾਡੇ ਕੋਲੋਂ ਸਮਰੱਥਾ ਹੀ ਨਹੀਂ ਰਹੀ ਕਿ ਤੁਸੀਂ ਕੇਸ ਰੱਖ ਸਕੋ। ਇਹੋ ਜੇ ਤੁਸੀਂ ਨਕੰਮੇ ਹੋ ਗਏ ਹੋ। दोष समय पर कल्पन कीने। ਔਰ ਸਮੇਂ ਦੇ ਉੱਤੇ ਤੁਸੀਂ ਆਪਣਾ ਦੋਸ਼ ਕਲਪਣ ਲੱਗ ਪਏ ਹੋ। ਸਮੇਂ ਦੇ ਉੱਤੇ ਦੋਸ਼ ਲਾਉਣ ਲੱਗ ਪਏ ਹੋ। ਆਖੇ ਜੀ ਸਮਾਂ ਨਹੀਂ ਹੈ, ਹੁਣ ਉਹ ਸਮਾਂ ਨਹੀਂ ਹੈ ਜਿਹੜਾ ਪਹਿਲਾਂ ਹੁੰਦਾ ਸੀ। ਮਹਾਰਾਜ ਕਹਿੰਦੇ ਸਮਰੱਥ ਹੀਣੇ ਤੁਸੀਂ। ਉਹ ਜਿਵੇਂ ਕਹਾਵਤ ਆ ਨਾ ਵੀ ਨਾਚ ਨਾ ਜਾਣੈ ਆਂਗਨ ਟੇਢਾ, ਗੱਲ ਤਾਂ ਉਹ ਹੈ ਨਾ ਅਸਲੀ। ਨੱਚਣਾ ਆਪ ਨੂੰ ਨਹੀਂ ਆਉਂਦਾ ਤੇ ਕਸੂਰ ਵਿਹੜੇ ਦਾ ਕੱਢੀ ਜਾਣਾ। ਭਾਈ ਗੁਰਦਾਸ ਜੀ ਦੇ ਬਚਨ ਨੱਚਣ ਨੱਚ ਨਾ ਜਾਣੀ ਆਖੇ ਭੋਏ ਸਾਉੜੀ। ਨੱਚਣਾ ਹੁਣ ਗਿੱਦੜ ਦਾ ਦਾਖ ਤਾਂ ਹੀ ਹੱਥ ਨਹੀਂ ਪਹੁੰਚਿਆ, ਕਹਿੰਦਾ ਜੀ ਇਹ ਦਾਖਾਂ ਕੌੜੀਆਂ ਨੇ, ਅੰਗੂਰ ਖੱਟੇ ਨੇ। ਕਹਾਣੀ ਹੁੰਦੀ ਸੀ, ਛੋਟੇ ਹੁੰਦਿਆਂ ਪੜ੍ਹਦੇ ਸੀ ਸਕੂਲਾਂ 'ਚ। ਉਹ ਲੂੰਬੜੀ ਦਾ ਹੱਥ ਨਾ ਪਹੁੰਚਿਆ ਉੱਤੇ ਅੰਗੂਰਾਂ ਤਾਈਂ। ਕਿਸੇ ਪੁੱਛਿਆ ਵੀ ਅੰਗੂਰ ਨਹੀਂ ਖਾਦੇ, ਕਹਿੰਦੀ ਅੰਗੂਰ ਖੱਟੇ ਨੇ। ਹੱਥ ਆਪਣਾ ਨਹੀਂ ਪਹੁੰਚਿਆ, ਦੋਸ਼ ਅੰਗੂਰਾਂ ਦਾ। ਕਹਿੰਦੇ ਕੇਸ ਤੁਹਾਡੇ ਕੋਲੋਂ ਨਹੀਂ ਰੱਖੇ ਜਾਂਦੇ, ਦੋਸ਼ ਸਮੇਂ ਦੇ ਉੱਤੇ ਲਾਉਂਦੇ ਜੇ। ਆਖੇ ਜੀ ਹੁਣ ਉਹ ਸਮਾਂ ਨਹੀਂ ਹੈ ਜਿਹੜਾ ਪਹਿਲਾਂ ਹੁੰਦਾ ਸੀ। नौ निद सुनो अगल पर संग। ਇਹ ਨੌਨਿਦ ਭੰਡਾਰੀ ਜੀ ਸੁਣੋ, ਤੁਹਾਨੂੰ ਇੱਕ ਪੁਰਾਣਾ ਪ੍ਰਸੰਗ ਸੁਣਾਈਏ। जब हम करियो मुक्त सर जंग। ਮਹਾਰਾਜ ਜੀ ਕਹਿੰਦੇ ਜਦੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਦਾ ਜੰਗ ਲੜਿਆ ਸੀ, ਮੁਕਤਸਰ ਸਾਹਿਬ ਖਿਦਰਾਣੇ ਦੀ ਧਰਤੀ ਤੇ ਖਿਦਰਾਣੇ ਦੀ ਢਾਬ ਤੇ ਜੰਗ ਲੜਿਆ ਸੀ। पुन चल गए जहां ने वही। ਔਰ ਕਹਿੰਦੇ ਜਿੱਥੇ ਨਹਿਰ ਵਗਦੀ ਸੀ ਉੱਥੇ ਅਸੀਂ ਚਲੇ ਗਏ। निकट कसूरपुरी जब रही। ਉੱਥੋਂ ਨੇੜੇ ਕੁਝ ਦੂਰੀ ਤੇ ਕਸੂਰਪੁਰ ਨਗਰ ਸੀ। तो हुसैन खान ते मालिक। ਉੱਥੋਂ ਦਾ ਮਾਲਕ ਸੀ ਹੁਸੈਨ ਖਾਨ। पहुंचन हमरे सुन तत्कालक। ਹੁਸੈਨ ਖਾਨ ਨੂੰ ਜਦੋਂ ਸਾਡੇ ਪਹੁੰਚਣ ਦੀ ਖਬਰ ਉੱਥੇ ਮਿਲੀ, यार मोहम्मद पटियो वकील। ਉਹਦਾ ਇੱਕ ਵਕੀਲ ਸੀ, ਉਹਦਾ ਨਾਂ ਸੀ ਯਾਰ ਮੁਹੰਮਦ। ਯਾਰ ਵਲੀ ਵੀ ਉਹਨੂੰ ਕਹਿੰਦੇ ਸੀ। ਯਾਰ ਮੁਹੰਮਦ ਨਾਮ ਦਾ ਵਕੀਲ ਹੁਸੈਨ ਖਾਨ ਨੇ ਸਾਡੇ ਕੋਲ ਭੇਜਿਆ ਸੀ। निकट हमारे आए सुशील। ਉਹ ਯਾਰ ਮੁਹੰਮਦ ਬੜਾ ਸੁਸ਼ੀਲ ਸੁਭਾਅ ਵਾਲਾ ਸੀ। ਉਹ ਸਾਡੇ ਕੋਲ ਪਹੁੰਚਿਆ। तिस पठान को खत गुजरानियो। ਉਹਨੇ ਹੁਸੈਨ ਖਾਨ ਦਾ ਲਿਖਿਆ ਹੋਇਆ ਜਿਹੜਾ ਖਤ ਸੀ, ਚਿੱਠੀ ਸੀ, ਉਹ ਸਾਡੇ ਕੋਲ ਆ ਕੇ ਪੜ੍ਹ ਕੇ ਸੁਣਾਈ। मेल कपट को चाहत ठानियो। ਉਹ ਕਪਟ ਭਰਿਆ ਮੇਲ ਕਰਨਾ ਚਾਹੁੰਦਾ ਸੀ ਸਾਡੇ ਨਾਲ, ਛਲ ਤੇ ਫਰੇਬ ਕਰਨਾ ਚਾਹੁੰਦਾ ਸੀ। अंतर्गति जसूसी और। ਉਹ ਅੰਦਰ ਖਾਤੇ ਸਾਡੀ ਜਸੂਸੀ ਰੱਖਣਾ ਚਾਹੁੰਦਾ ਸੀ, ਮੁਖਬਰੀ ਕਰਨਾ ਚਾਹੁੰਦਾ ਸੀ ਸਾਡੀ। सुध के हित पहुंचियो तिस ठौर। ਤੇ ਸਾਡੀ ਖਬਰ ਲਈ ਉਹ ਯਾਰ ਮੁਹੰਮਦ ਉੱਥੇ ਪਹੁੰਚਿਆ। ਉਹਦਾ ਭੇਜਿਆ ਹੋਇਆ ਆਇਆ ਸੀ ਸ਼ਾਹ ਹੁਸੈਨ ਦਾ। इस प्रकार हम जानियो पाज। ਅਸੀਂ ਉਹਨਾਂ ਦਾ ਜਿਹੜਾ ਉਹ ਪਾਜ ਸੀ, ਪੜਦਾ ਸੀ, ਉਹ ਜਾਣ ਲਿਆ। गयो वकालत को क्या काज। ਅਸੀਂ ਗੱਲ ਕੀਤੀ ਯਾਰ ਮੁਹੰਮਦ ਨਾਲ ਕਿ ਯਾਰ ਮੁਹੰਮਦ ਇੱਥੇ ਵਕਾਲਤ ਦਾ ਕੀ ਕੰਮ ਹੈ? रैन हमारे निकट व्यर्थ। ਤੇਰਾ ਇੱਥੇ ਸਾਡੇ ਕੋਲ ਰਹਿਣਾ ਵਿਅਰਥ ਹੈ, ਤੂੰ ਜਸੂਸੀ ਕਰਨੀ ਚਾਹੁੰਦਾ ਸਾਡੀ। पुरवो कहाँ आपनो अर्थ। ਇੱਥੇ ਸਾਡੇ ਕੋਲ ਰਹਿ ਕੇ ਜਸੂਸੀ ਕਰਕੇ ਤੇਰੀ ਕਿਹੜੀ ਲੋੜ ਪੂਰੀ ਹੋਣੀ ਹੈ?
ਤੇਰਾ ਕਿਹੜਾ ਸਵਾਰਥ ਸਿੱਧ ਹੋਣਾ ਹੈ? बात यथार्थ है इस रीत। ਟਾਈਮ ਹੀ ਖਰਾਬ ਕਰੇਗਾ। ਸਾਡੇ ਕੋਲ ਰਹਿ ਕੇ ਜਸੂਸੀ ਕਰਨ ਦਾ ਤੈਨੂੰ ਕੀ ਲੱਭਣਾ ਹੈ? ਕੀ ਮਿਲਣਾ? ਅਸੀਂ ਤਾਂ ਅੰਦਰੋਂ ਬਾਹਰੋਂ ਇਸੇ ਤਰ੍ਹਾਂ ਆ ਜਿਵੇਂ ਤੂੰ ਵੇਖਦਾ। ਜਿਹੜੀਆਂ ਸਾਡੇ ਨਾਲ ਫੌਜਾਂ ਨੇ, ਜਿਹੜਾ ਸਾਡੇ ਕੋਲ ਅਸਲਾ ਹੈ, ਜਿਹੜਾ ਸਾਡੇ ਕੋਲ ਸ਼ਸਤਰ ਅਸਤਰ, ਉਹ ਤਾਂ ਬਾਹਰ ਹੀ ਨੇ। ਅਸੀਂ ਕੁਝ ਲੁਕਾ ਕੇ ਨਹੀਂ ਰੱਖਿਆ ਹੋਇਆ। ਇੱਥੇ ਸਾਡੇ ਕੋਲ ਰਹਿ ਕੇ ਜਸੂਸੀ ਕਰਕੇ ਤੈਨੂੰ ਕੀ ਮਿਲਣਾ? रहो जिरैनो भावत चीत। ਅਸੀਂ ਉਹਨੂੰ ਆਖਿਆ ਵੀ ਉਹ ਇੱਥੇ ਰਹਿ ਕੇ ਤੇਰਾ ਸਮਾਂ ਜਾਈ ਜਾਣਾ, ਉੱਦਾਂ ਰਹਿਣ ਦਾ ਫਾਇਦਾ ਕੋਈ ਨਹੀਂ ਤੈਨੂੰ ਇੱਥੇ। ਪਰ ਜੇ ਤੂੰ ਰਹਿਣਾ ਚਾਹੁੰਦਾ ਭਾਵਨਾ ਨਾਲ ਰਹਿ ਜਾ, ਤਾਂ ਜੋ ਤੇਰਾ ਫਾਇਦਾ ਹੋ ਜਾਏ। ਉੱਦਾਂ ਰਹੇਗਾ ਜਸੂਸੀ ਕਰਨ ਖਾਤਰ ਤੇ ਤੇਰਾ ਕੋਈ ਫਾਇਦਾ ਨਹੀਂ। ਜੇ ਭਾਵਨਾ ਨਾਲ ਸਾਡੇ ਨਾਲ ਰਹੇਗਾ, ਸੰਗਤ ਕਰੇਗਾ, तो तेरा कोई लाभ होवेगा। सुनकर हम ते सो रह गए हो। साडे बचन सुन के यार मुहम्मद साडे कोल रह गया। उन्हें आख्या महाराज माफी मंगदा, मैनू हुसैन खान ने तुहाडी मुखबरी लई भेजिया सी, पर मैं तुहाडी महिमा जान गया हाँ, हुण तुहाडी सेवा विच रहांगा। एक दिन मजलिस में थिर पयो। महाराज जी कहंदे एक दिन यार मुहम्मद साडी सभा विच बैठा। पुरानी गल महाराज जी नूं सुना रहे ने। जिहड़ी गल नौनिध भंडारी नाल हो रही है, ये गल महाराज जी दी पहलां भी होई सी। उदों मुसलमान नाल होई सी, अज एक हिंदू नाल हो रही है। महाराज जी कहंदे उदों साडी सभा च बैठा यार मुहम्मद ते साडे नाल ओदी गल बात चली। बोले ओ निर्णय सुन बेकाजू। साडे नाल गल बात करदियां निर्णय करन वास्ते बोलिया। दियो बताए गरीब निवाजू। यार मुहम्मद ने सानू पुछया सी कि हे गरीब नवाज, किरपा करके मेरे सवाल दा निर्णय करो, जवाब दियो। हुते अगर पी सिखन केश। कि महाराज जेड़े तुहाडे सिख पहला सन, कि उन्हां दे पहला भी केस सन? कह अब के ही रखे सो बेस। जां फिर हुणे ही तुसीं ये केस रखाए ने अपने सिखां नूं? क्योंकि सिखी तां गुरु नानक साहब दे समय तो चली है। कि पहला भी सिख केसा धारी सन, ਜਾਂ ਤੁਸੀਂ ਹੋਣੇ ਕੇਸ ਰਖਾਏ ਹਨ? ਸੁਨ ਕਰ ਹਮਨੇ ਸੋ ਸਮਝਾਇਓ। ਮਹਾਰਾਜ ਜੀ ਕਹਿੰਦੇ ਜਦੋਂ ਯਾਰ ਮੁਹੰਮਦ ਨੇ ਸਾਨੂੰ ਇਹ ਸਵਾਲ ਕੀਤਾ ਸੀ, ਅਸੀਂ ਉਹਨੂੰ ਸਮਝਾਈ ਸੀ ਗੱਲ। ਤੈਨੂੰ ਅਸੀਂ ਫੇਰ ਅੱਜ ਨੌਨਿਧ ਤੈਨੂੰ ਵੀ ਸਮਝਾ ਦਿੰਦੇ ਆ। ਸੁਣ ਜੋ ਅਸੀਂ ਉਹਨੂੰ ਕਿਹਾ ਸੀ। ਸਭ ਪ੍ਰਸੰਗ ਅਬ ਤੋਏ ਸੁਨਾਇਓ। ਜਿਹੜਾ ਪ੍ਰਸੰਗ ਅਸੀਂ ਉਹਨੂੰ ਸੁਣਾਇਆ ਸੀ ਕੇਸ ਰੱਖਣ ਦਾ, ਉਹ ਹੁਣ ਅਸੀਂ ਤੈਨੂੰ ਵੀ ਸੁਣਾਉਂਦੇ ਹਾਂ। ਹਿੰਦੂ ਤੁਰਕ ਜੇ ਪੂਰਬ ਕਾਲਾ। ਜਿੰਨੇ ਹਿੰਦੂ ਤੇ ਜਿੰਨੇ ਮੁਸਲਮਾਨ ਪਹਿਲੇ ਸਮਿਆਂ ਵਿੱਚ ਸਨ, ਕਲੀ ਕਾਲ ਤੋਂ, ਜਿੰਨੇ ਹਿੰਦੂ ਜਿੰਨੇ ਮੁਸਲਮਾਨ ਪਹਿਲੇ ਸਮਿਆਂ ਵਿੱਚ ਸਨ, ਸਭ ਕੇ ਸਿਰ ਪਰ ਕੇਸ਼ ਵਿਸਾਲਾ। ਸਾਰਿਆਂ ਦੇ ਸਿਰਾਂ ਦੇ ਉੱਤੇ ਕੇਸ ਸਨ। ਹਿੰਦੂ ਵੀ ਕੇਸਾ ਧਾਰੀ ਸੀ, ਮੁਸਲਮਾਨ ਵੀ ਕੇਸਾ ਧਾਰੀ ਸਨ। ਥੋੜੇ ਦਿਵਸਨ ਤੇ ਅਬ ਹਟੇ। ਕੇਸ ਕੱਟਣ ਦੀ ਆਬਾਦੀ ਥੋੜੇ ਸਮੇਂ ਤੋਂ ਹੀ ਚੱਲੀ ਹੈ, ਪਹਿਲਾਂ ਕੋਈ ਕੇਸ ਨਹੀਂ ਸੀ ਕੱਟਦਾ। ਕਲਗੀਧਰ ਪਾਤਸ਼ਾਹ ਕਹਿੰਦੇ ਇਹ ਜਿਹੜੀ ਕੇਸ ਕੱਟਣ ਦੀ ਮਾੜੀ ਭੈੜੀ ਆਦਤ ਹਿੰਦੂਆਂ ਤੇ ਮੁਸਲਮਾਨਾਂ 'ਚ ਚੱਲੀ ਹੈ, ਮਹਾਰਾਜ ਜੀ ਕਹਿੰਦੇ ਥੋੜੇ ਸਮੇਂ ਤੋਂ ਚੱਲੀ ਹੈ। ਇਹ ਪਹਿਲਾਂ ਨਹੀਂ ਸੀ ਐਸਾ ਹੁੰਦਾ। ਪਹਿਲਾਂ ਜਿੰਨੇ ਅਵਤਾਰ ਸਨ, ਜਿੰਨੇ ਪੈਗੰਬਰ ਸਨ, ਸਭ ਕੇਸਾ ਧਾਰੀ ਸੀ। ਲਖੀਅਤ ਧਰਮ ਸਬਨ ਕੇ ਲਟੇ। ਸਾਰਿਆਂ ਦੇ ਧਰਮ ਦੇ ਵਿੱਚ ਇਹ ਕਿਹਾ ਗਿਆ ਸੀ ਵੀ ਕੇਸ ਰੱਖਣੇ ਚਾਹੀਦੇ ਹਨ, ਪਰ ਹੁਣ ਸਾਰਿਆਂ ਨੇ ਆਪਣੇ ਧਰਮ ਮਿਟਾ ਦਿੱਤੇ ਨੇ। ਯਾਰ ਮੁਹੰਮਦ ਬੌਰ ਉਚਾਰੇ। ਮਹਾਰਾਜ ਜੀ ਕਹਿੰਦੇ ਯਾਰ ਮੁਹੰਮਦ ਨਾਲ ਅਸੀਂ ਗੱਲ ਕੀਤੀ, ਉਹਨੂੰ ਕਿਹਾ ਸੀ ਸੁਨਤ ਰਖਬੇ ਕੇਸ ਹਮਾਰੇ। ਉਹ ਕਹਿੰਦਾ ਸੀ ਵੀ ਸਾਡੇ ਮਜ਼ਹਬ ਵਿੱਚ ਵੀ ਕੇਸ ਰੱਖਣੇ ਵਿਹਤ ਨੇ। ਯਾਰ ਮੁਹੰਮਦ ਨੇ ਮਹਾਰਾਜ ਜੀ ਕਹਿੰਦੇ ਸਾਨੂੰ ਕਿਹਾ ਸੀ ਕਬ ਕੇ ਕਿਸ ਬਿਦ ਹਟੇ ਬਤਾਵੋ। ਉਹਨੇ ਪੁੱਛਿਆ ਸੀ ਕਿ ਮਹਾਰਾਜ ਸਾਡੇ ਮਜ਼ਹਬ ਦੇ ਵਿੱਚ ਕੇਸ ਰੱਖਣ ਦੀ ਸੁਨਨਤ ਹੈ, ਤੁਸੀਂ ਦੱਸਦੇ ਹੋ, ਪਰ ਸਾਡੇ ਮਜ਼ਹਬ ਦੇ ਵਿੱਚ ਕੇਸ ਕੱਟਣ ਦੀ ਜਿਹੜੀ ਬਾਦੀ ਹੈ ਕਦੋਂ ਤੋਂ ਚੱਲੀ ਹੈ? ਮਹਾਰਾਜ ਜੀ ਕਹਿੰਦੇ ਸਾਨੂੰ ਯਾਰ ਮੁਹੰਮਦ ਨੇ ਸਵਾਲ ਕੀਤਾ ਸੀ।
ਸਰਬ ਬਾਰਤਾ ਅਬ ਸਮਝਾਵੋ। ਉਹਨੇ ਕਿਹਾ ਸੀ ਕਿ ਮਹਾਰਾਜ ਸਾਨੂੰ ਸਾਰੀ ਵਾਰਤਾ ਸਮਝਾਓ। ਤਬ ਸ਼੍ਰੀ ਬਦਨ ਸੁਨਾਏ ਉਚਰ ਤਰ। ਮਹਾਰਾਜ ਜੀ ਕਹਿੰਦੇ ਫਿਰ ਅਸੀਂ ਉਹਨੂੰ ਦੱਸੀ ਸੀ ਸਾਰੀ ਵਾਰਤਾ ਕਿ ਇਸਲਾਮ ਧਰਮ ਦੇ ਵਿੱਚ ਕੇਸ ਕੱਟਣ ਦੀ ਜਿਹੜੀ ਰਵਾਇਤ ਹੈ ਉਹ ਕਦੋਂ ਤੋਂ ਚੱਲੀ ਹੈ। ਇਹ ਜਿਹੜੀ ਬਾਦੀ ਇਸਲਾਮ ਧਰਮ ਚ ਆਈ ਹੈ ਕੇਸ ਕੱਟਣ ਦੀ, ਉਹ ਕਦੋਂ ਤੋਂ ਚੱਲੀ ਹੈ। ਮਹਾਰਾਜ ਜੀ ਕਹਿੰਦੇ ਅਸੀਂ ਉਹਨੂੰ ਦੱਸੀ ਸੀ। ਇਬਰਾਹੀਮ ਖਲੀਲ ਪਿਕੰਬਰ। ਇੱਕ ਪੈਗੰਬਰ ਹੋਏ ਇਸਲਾਮ ਧਰਮ ਦੇ, ਉਹਨਾਂ ਦਾ ਨਾਮ ਸੀ ਇਬਰਾਹੀਮ। ਖਲੀਲ ਕਿਹਾ ਜਾਂਦਾ ਸੀ, ਵੈਸੇ ਖਲੀਲੁੱਲਾ ਉਹਨਾਂ ਨੂੰ ਕਿਹਾ ਜਾਂਦਾ ਸੀ। ਇਹ ਲਖਬ ਸੀ ਉਹਨਾਂ ਦਾ, ਨਾਂ ਇਬਰਾਹੀਮ ਸੀ ਪਰ ਉਹਨਾਂ ਨੂੰ ਜਿਹੜਾ ਲਖਬ ਦਿੱਤਾ ਗਿਆ ਸੀ ਉਹ ਸੀ ਖਲੀਲ ਦਾ। ਇਬਰਾਹੀਮ ਖਲੀਲ ਨਾਮ ਦੇ ਪੈਗੰਬਰ ਇਸਲਾਮ ਧਰਮ ਚ ਹੋਏ ਹਨ। ਤਿਸਨੇ ਇੱਕ ਔਰਤ ਅਵਲੋਕੀ। ਇਹ ਗੱਲ ਇਸਲਾਮ ਧਰਮ ਦੇ ਲੋਕ ਵੀ ਸੁਣਾਉਂਦੇ ਨੇ। 72 ਫਿਰਕੇ ਨੇ ਇਸਲਾਮ ਧਰਮ ਦੇ। ਤੋ ਇਬਰਾਹੀਮ ਖਲੀਲ ਬਾਰੇ ਇਹ ਗੱਲ ਵੀ ਇਹ ਜਿਹੜੀ ਕੇਸ ਕੱਟਣ ਦੀ ਰਵਾਇਤ ਜਿਹੜੀ ਚੱਲੀ ਹੈ ਮੁਸਲਮਾਨਾਂ ਵਿੱਚ, ਉਹ ਕਦੋਂ ਤੋਂ ਚੱਲੀ ਹੈ ਦੱਸਦੇ ਵੀ ਨੇ। ਮਹਾਰਾਜ ਜੀ ਵੀ ਦੱਸ ਰਹੇ ਨੇ ਕਿ ਇਬਰਾਹੀਮ ਖਲੀਲ ਜੀ ਨੇ ਇੱਕ ਦਿਨ ਇੱਕ ਔਰਤ ਵੇਖੀ, ਉਹਦਾ ਸੁੰਦਰ ਸਰੂਪ ਵੇਖਿਆ। ਕਯੋ ਮੋਏ ਸਨ ਕਰੋ ਨਿਕਾਉ। ਔਰ ਕਾਮਵਸੀ ਹੋ ਗਏ, ਮਨ ਦੇ ਵਿੱਚ ਉਸ ਇਸਤਰੀ ਦੇ ਨਾਲ ਨਿਕਾਹ ਕਰਨ ਦੀ ਇੱਛਾ ਹੋਈ ਔਰ ਉਹਨੂੰ ਜਾ ਕੇ ਕਿਹਾ ਕਿ ਤੂੰ ਮੇਰੇ ਨਾਲ ਨਿਕਾਹ ਕਰ ਲੈ, ਵਿਆਹ ਕਰ ਲੈ। ਸੁਖ ਸੋ ਬਸੋ ਆਨ ਕਰ ਮਾਓ। ਔਰ ਤੂੰ ਸੁਖ ਨਾਲ ਮੇਰੇ ਘਰ ਦੇ ਵਿੱਚ ਆ ਕੇ ਨਿਵਾਸ ਕਰ। ਸੁਨ ਔਰਤ ਨੇ ਬਾਤ ਨ ਮਾਨੀ। ਇਬਰਾਹੀਮ ਦੀ ਇਹ ਗੱਲ ਸੁਣ ਕੇ ਉਸ ਔਰਤ ਨੇ ਅੱਗੋਂ ਇਨਕਾਰ ਕਰ ਦਿੱਤਾ, ਉਹਨੇ ਇਹਦੀ ਗੱਲ ਨਹੀਂ ਮੰਨੀ। ਸੰਗ ਪਿਕੰਬਰ ਗਿਰਾ ਬਖਾਨੀ। ਔਰ ਇਸ ਪੈਗੰਬਰ ਇਬਰਾਹੀਮ ਨੂੰ ਉਹ ਔਰਤ ਬੋਲੀ, ਕਹਿਣ ਲੱਗੀ ਤੋਵ ਘਰ ਮੈਂ ਪੂਰਬ ਇੱਕ ਬੀਵੀ। ਕਹਿਣ ਲੱਗੀ ਵੀ ਤੁਹਾਡੇ ਘਰ 'ਚ ਪਹਿਲਾਂ ਤੁਹਾਡੀ ਇੱਕ ਬੀਵੀ ਮੌਜੂਦ ਹੈ, ਤੁਹਾਡੇ ਘਰ ਵਿੱਚ ਪਹਿਲਾਂ ਹੀ ਤੁਹਾਡੀ ਇੱਕ ਔਰਤ ਮੌਜੂਦ ਹੈ। ਸੰਕਟ ਹੋਏ ਸਪਤਨੀ ਥੀਵੀ। ਤੇ ਦੂਜੀ, ਮੈਂ ਜੇ ਤੁਹਾਡੇ ਨਾਲ ਨਿਕਾਹ ਕਰਕੇ ਚਲੀ ਗਈ ਤੇ ਉਹ ਮੇਰੀ ਸੌਕਣ ਹੋਵੇਗੀ ਘਰ ਵਿੱਚ ਤੇ ਉਹਦੇ ਨਾਲ ਮੇਰਾ ਕਲੇਸ਼ ਪਵੇਗਾ। ਇੱਕ ਘਰ ਵਿੱਚ ਦੋਵੇਂ ਸੌਕਣਾ ਅਸੀਂ ਕਿਵੇਂ ਰਹਾਂਗੀਆਂ। ਕੇਤਕ ਦਿਨ ਗੁਜ਼ਰੇ ਇਸ ਰੀਤ। ਸਿਆਣਿਆਂ ਦੀ ਕਹਾਵਤ ਹੈ ਵੀ ਸੌਕਣ ਤੇ ਮਿੱਟੀ ਦੀ ਨਹੀਂ ਮਾਣ ਹੁੰਦੀ, ਤੇ ਮੈਂ ਜਿਉਂਦੀ ਜਾਗਦੀ ਸੌਕਣ ਆਪਣੇ ਕੋਲ ਕਿਵੇਂ ਵੇਖਾਂਗੀ ਤੇਰੇ ਘਰ। ਕਹਿੰਦੇ ਏਦਾਂ ਉਸ ਔਰਤ ਨੇ ਇਬਰਾਹੀਮ ਪੈਗੰਬਰ ਨੂੰ ਜਵਾਬ ਦੇ ਦਿੱਤਾ। ਕੁਝ ਦਿਨ ਇਸੇ ਤਰ੍ਹਾਂ ਬੀਤ ਗਏ। ਬਸੀ ਪਿਕੰਬਰ ਕੇ ਬਹੁਚੀਤ। ਇਬਰਾਹੀਮ ਜੀ ਦੇ ਮਨ ਵਿੱਚ ਉਸ ਔਰਤ ਦੀ ਖਿੱਚ ਜਿਹੜੀ ਸੀ, ਉਹਦੇ ਪ੍ਰਤੀ ਜਿਹੜੀ ਲਗਨ ਸੀ, ਉਹ ਬਣੀ ਰਹੀ। ਫੇਰ ਕਿਉ ਮਨ ਹੋਏ ਕਰ ਦੀਨ। ਇੱਕ ਦਿਨ ਫੇਰ ਦੀਨ ਹੋ ਕੇ ਉਸ ਔਰਤ ਨੂੰ ਬੋਲ ਕੇ ਕਹਿਣ ਲੱਗੇ, ਮੁਝ ਸੋ ਕਰੋ ਨਿਕਾਹੋ ਪ੍ਰਬੀਨ। ਕਹਿਣ ਲੱਗੇ ਕਿ ਹੇ ਬੀਵੀ, ਤੂੰ ਮੇਰੇ ਨਾਲ ਨਿਕਾਹ ਕਰ ਲੈ। ਤੂੰ ਉਹਦੇ ਵਾਸਤੇ ਜਿਹੜੀ ਕੋਈ ਸ਼ਰਤ ਲਾਉਣੀ ਹੈ ਮੇਰੇ ਨਾਲ, ਜਿਹੜੀ ਕੋਈ ਆਪਣਾ ਪ੍ਰਣ ਪੂਰਾ ਕਰਾਉਣਾ ਉਹ ਕਰਾ ਲੈ। ਜੈਸੇ ਤੂੰ ਆਇਸ ਦੇ ਪਿਆਰੀ। ਤੂੰ ਮੈਨੂੰ ਜਿਵੇਂ ਆਗਿਆ ਦੇਵੇਂਗੀ, ਜੋ ਤੂੰ ਹੁਕਮ ਕਰੇਂਗੀ ਮੈਂ ਉਹ ਮੰਨਾਂਗਾ, ਪਰ ਤੂੰ ਮੇਰੇ ਨਾਲ ਨਿਕਾਹ ਕਰਾ ਲੈ। ਤੈਸੇ ਰਹੂੰ ਸਦਾ ਅਨੁਸਾਰੀ। ਤੂੰ ਜੋ ਆਪਣੇ ਮੁਖੋਂ ਕਹੇਂਗੀ ਮੈਂ ਤੇਰੇ ਅਨੁਸਾਰੀ ਹੋ ਕੇ ਚੱਲਾਂਗਾ। ਲਖ ਆਪਣੇ ਪਰ ਅਧਿਕ ਲੁਭਾਇਓ। ਉਸ ਔਰਤ ਨੇ ਵੇਖਿਆ ਕਿ ਇਬਰਾਹੀਮ ਮੇਰੇ ਤੇ ਪੂਰਨ ਤੌਰ ਤੇ ਲੁਭਾਏਮਾਨ ਹੈ। ਤਿਸ ਔਰਤ ਨੇ ਐਦ ਸੁਨਾਇਓ। ਉਸ ਵਕਤ ਉਸ ਔਰਤ ਨੇ ਆਪਣਾ ਫੈਸਲਾ ਸੁਣਾਇਆ। ਇਬਰਾਹੀਮ ਜੀ ਨੂੰ ਕਹਿਣ ਲੱਗੀ, ਦਿਓ ਤਲਾਕ ਤਿਸ ਬੀਵੀ ਜਬੇ। ਕਹਿਣ ਲੱਗੀ ਵੀ ਮੈਂ ਤੁਹਾਡੇ ਨਾਲ ਇੱਕ ਸ਼ਰਤ ਤੇ ਨਿਕਾਹ ਕਰਾਵਾਂਗੀ, ਜੇ ਤੁਸੀਂ ਪਹਿਲਾਂ ਆਪਣੀ ਪਹਿਲੀ ਬੀਵੀ ਨੂੰ ਤਲਾਕ ਦੇ ਦਿਓ। ਪਹਿਲੀ ਬੀਵੀ ਨੂੰ ਤਲਾਕ ਦੇ ਦਿਓ, ਫਿਰ ਮੈਂ ਤੁਹਾਡੇ ਨਾਲ ਨਿਕਾਹ ਕਰਾਵਾਂਗੀ। ਕਰੋ ਨਿਕਾਹ ਤੋਏ ਸੋ ਤਬੇ। ਮੈਂ ਤਦੇ ਤੇਰੇ ਨਾਲ ਨਿਕਾਹ ਕਰਕੇ ਤੇਰੇ ਘਰ ਆਵਾਂਗੀ। ਦਈ ਤਲਾਕ ਪ੍ਰਥਮ ਕੀ ਨਾਰੀ। ਇਬਰਾਹੀਮ ਜੀ ਗਏ, ਆਪਣੀ ਜਿਹੜੀ ਉਹ ਪਹਿਲੀ ਘਰ ਵਾਲੀ ਸੀ ਇਹਨਾਂ ਦੇ ਘਰ ਵਿੱਚ, ਉਹਨੂੰ ਜਾ ਕੇ ਇਹਨਾਂ ਨੇ ਤਲਾਕ ਦੇ ਦਿੱਤਾ। ਮੂੰਹ ਤੋਂ ਹੀ ਬੋਲਣਾ ਹੁੰਦਾ,
3 ਵਾਰੀ ਤਲਾਕ ਕਹਿ ਕੇ ਤਲਾਕ ਦੇ ਦਿੱਤਾ। ਕਰਨਿਕਾ ਭੋਗੀ ਔਰ ਪਿਆਰੀ। ਔਰ ਉਸ ਦੂਜੀ ਇਸਤਰੀ ਦੇ ਨਾਲ ਨਿਕਾਹ ਕਰਕੇ ਉਹਨੂੰ ਘਰ ਲੈ ਆਂਦਾ ਤੇ ਘਰ ਲਿਆ ਕੇ ਉਹਦੇ ਨਾਲ ਸੰਬੰਧ ਬਣਾਏ। ਸਮਾ ਪਾਏ ਪੂਰਬਲੀ ਤ੍ਰੀ। ਸਮਾਂ ਪਾ ਕੇ ਜਿਹੜੀ ਉਹ ਇਹਦੀ ਪਹਿਲੀ ਘਰ ਵਾਲੀ ਸੀ ਇਬਰਾਹੀਮ ਦੀ, ਜਿਹਨੂੰ ਇਹਨੇ ਤਲਾਕ ਦਿੱਤਾ ਹੋਇਆ ਸੀ, ਭੋਗਨ ਕਰੀ ਲਾਏ ਨਿਜ ਹੀ। ਉਹਨੂੰ ਵੀ ਆਪਣੇ ਘਰ 'ਚ ਹੀ ਰੱਖਿਆ ਹੋਇਆ ਸੀ, ਉਹਨੂੰ ਘਰੋਂ ਕੱਢਿਆ ਨਹੀਂ ਸੀ, ਪਰ ਜ਼ੁਬਾਨੀ ਤਲਾਕ ਦੇ ਦਿੱਤਾ ਸੀ। ਤੇ ਦੂਸਰੀ ਬੀਵੀ ਜਿਹੜੀ ਸੀ ਉਹ ਵਿਆਹ ਕੇ ਲੈ ਆਂਦੀ। ਕੁਝ ਸਮਾਂ ਬੀਤਿਆ ਤੇ ਜਿਸ ਨੂੰ ਤਲਾਕ ਦਿੱਤਾ ਸੀ ਉਸ ਤਲਾਕ ਦਿੱਤੀ ਹੋਈ ਬੀਵੀ ਦੇ ਨਾਲ ਇਹਨੇ ਆਪਣਾ ਸੰਬੰਧ ਜੋੜਿਆ। ਸੁਧ ਕੋ ਪਾਏ ਕ੍ਰੋਧ ਕਰ ਕਇਓ। ਸੁਧ ਪਾ ਕੇ ਜਿਹੜੀ ਉਹ ਪਹਿਲੀ ਬੀਵੀ ਸੀ ਤਲਾਕਸ਼ੁਦਾ, ਉਹ ਇਬਰਾਹੀਮ ਨੂੰ ਗੁੱਸੇ ਵਿੱਚ ਆ ਕੇ ਬੋਲੀ, ਅਹਿਦ ਸ਼ਿਕਸਤ ਕੀਨ ਜਬ ਲਿਓ। ਕਹਿਣ ਲੱਗੀ ਵੀ ਤੂੰ ਆਪਣਾ ਅਹਿਦ ਜਿਹੜਾ ਉਹ ਤੋੜਿਆ, ਤਲਾਕਸ਼ੁਦਾ ਹੋਣ ਕਰਕੇ ਮੈਂ ਤੇਰੇ ਲਈ ਬਗਾਨੀ ਔਰਤ ਹੋ ਗਈ ਸੀ, ਭਾਵੇਂ ਰਹਿਨੀ ਤੇਰੇ ਘਰ ਵਿੱਚ ਆ, ਪਰ ਤੂੰ ਮੈਨੂੰ ਤਲਾਕ ਦੇ ਚੁੱਕਾ, ਤੇਰਾ ਮੇਰੇ ਨਾਲ ਸੰਬੰਧ ਕਰਨਾ ਯੋਗ ਨਹੀਂ ਸੀ, ਮੈਂ ਤੇਰੇ ਲਈ ਪਰ ਇਸਤਰੀ ਹੋ ਚੁੱਕੀ ਸੀ। ਸ਼ਰਾ ਅਦੂਲ ਭੂਲ ਜੋ ਤਰੇ। ਤੂੰ ਸ਼ਰਾ ਦੀ ਅਦੂਲੀ ਕੀਤੀ ਹੈ, ਜੋ ਸ਼ਰਾ ਦਾ ਸ਼ਰਈ ਕਾਨੂੰਨ ਹੈ ਉਸ ਕਾਨੂੰਨ ਨੂੰ ਤੂੰ ਤੋੜਿਆ। ਕਹੋ ਪਿਕੰਬਰ ਸੋ ਕਿਆ ਕਰੇ। ਤੇ ਹੇ ਪੈਗੰਬਰ, ਤੂੰ ਤਾਂ ਪੈਗੰਬਰ ਕਿਹਾ ਜਾਂਦਾ ਇਸਲਾਮ ਧਰਮ ਦਾ, ਖਲੀਲ ਦਾ ਤੈਨੂੰ ਰੁਤਬਾ ਪ੍ਰਾਪਤ ਹੈ, ਇਹ ਦੱਸ ਵੀ ਜਿਹੜਾ ਤੁਹਾਡੇ ਸ਼ਰਾ ਦੇ ਵਿੱਚੋਂ ਸ਼ਰਾ ਦੇ ਕਾਨੂੰਨ ਨੂੰ ਤੋੜਦਾ ਹੈ ਉਹਦੇ ਲਈ ਕੀ ਸਜ਼ਾ ਹੈ, ਉਹਦੇ ਲਈ ਕੀ ਸਜ਼ਾ ਦਿੱਤੀ ਜਾਂਦੀ ਹੈ। ਇਬਰਾਹੀਮ ਕਯੋ ਵਿਦ ਜੋਏ। ਤੋ ਇਬਰਾਹੀਮ ਨੇ ਜਿਹੜਾ ਸ਼ਰਈ ਕਾਨੂੰਨ ਸੀ ਜੋ ਇਹਨਾਂ ਦਾ ਬਣਾਇਆ ਹੋਇਆ ਉਹਦੇ ਮੁਤਾਬਕ ਦੱਸਿਆ। ਉਚਿਤ ਸਜਾਏ ਦੇਨ ਕੋ ਸੋਏ। ਕਹਿਣ ਲੱਗਾ ਵੀ ਉਹਨੂੰ ਇਸ ਤਰ੍ਹਾਂ ਸਜ਼ਾ ਦੇਣੀ ਚਾਹੀਦੀ ਹੈ, ਜਿਹੜਾ ਸ਼ਰਾ ਦਾ ਕਾਨੂੰਨ ਤੋੜਦਾ ਹੈ ਉਹ ਕੋਈ ਵੀ ਹੋਵੇ, ਭਾਵੇਂ ਪੈਗੰਬਰ ਹੀ ਕਿਉਂ ਨਾ ਹੋਵੇ, ਉਹਨੂੰ ਸਜ਼ਾ ਦੇਣੀ ਯੋਗ ਹੈ। ਸ਼ਰਾ ਅਦੂਲ ਭੂਲ ਕੈ ਜਾਨ। ਜਿਹੜਾ ਸ਼ਰਾ ਦੀ ਅਦੂਲੀ ਕਰਦਾ ਭੁੱਲ ਕੇ, ਬਿਨਾ ਸਜਾਏ ਨਾਪਾਕ ਪਛਾਨ। ਜਦੋਂ ਤੱਕ ਉਹਨੂੰ ਸਜ਼ਾ ਨਾ ਮਿਲੇ ਉਹ ਨਾਪਾਕ ਮੰਨਿਆ ਜਾਂਦਾ, ਪਵਿੱਤਰ ਮੰਨਿਆ ਜਾਂਦਾ। ਜਿਹੜਾ ਸ਼ਰਾ ਦੇ ਕਾਨੂੰਨ ਦੀ ਅਦੂਲੀ ਕਰੇ, ਸ਼ਰਾ ਦਾ ਕਾਨੂੰਨ ਤੋੜੇ, ਜਦੋਂ ਤੱਕ ਉਹਨੂੰ ਸਜ਼ਾ ਨਾ ਦਿੱਤੀ ਜਾਏ ਉਦੋਂ ਤੱਕ ਉਹਨੂੰ ਨਾਪਾਕ ਪਛਾਣਿਆ ਜਾਂਦਾ ਹੈ। ਘਾਤ ਪਾਏ ਤ੍ਰਿਆ ਤਬੇ ਸੁਨਾਈ। ਉਹਨੇ ਮੌਕਾ ਵੇਖ ਲਿਆ ਵੀ ਹੁਣ ਆਪ ਹੀ ਕਹੀ ਜਾਂਦਾ, ਉਹਨੇ ਪਹਿਲਾਂ ਨਹੀਂ ਦੱਸਿਆ ਇਹਨੂੰ ਵੀ ਮੈਂ ਕਿਹਦੇ ਲਈ ਪੁੱਛਦੀ ਹਾਂ, ਨਾ ਇਹਨੂੰ ਚੇਤੇ ਕਰਾਇਆ ਵੀ ਮੈਂ ਹੁਣ ਤੇਰੇ ਲਈ ਪਰਾਈ ਇਸਤਰੀ ਹਾਂ। ਪਹਿਲਾਂ ਪੁੱਛ ਲਿਆ ਵੀ ਜਿਹੜਾ ਸ਼ਰਾ ਦਾ ਕਾਨੂੰਨ ਤੋੜੇ ਉਹਦੇ ਲਈ ਕੀ ਸਜ਼ਾ, ਉਹਨੂੰ ਸਜ਼ਾ ਦੇਣੀ ਚਾਹੀਦੀ ਹੈ। ਕਹਿੰਦਾ ਹਾਂ ਦੇਣੀ ਚਾਹੀਦੀ ਹੈ। ਜਦੋਂ ਤੱਕ ਉਹਨੂੰ ਸਜ਼ਾ ਨਾ ਮਿਲੇ ਉਦੋਂ ਤੱਕ ਪਵਿੱਤਰ ਹੁੰਦਾ। ਇਸਤਰੀ ਬੜੀ ਚਲਾਕ ਉਹ ਅੱਗੋਂ ਬੋਲੀ, ਕਹਿਣ ਲੱਗੀ ਸੁਣ ਫਿਰ ਪੈਗੰਬਰ, ਸ਼ਰਾ ਅਦੂਲੀ ਤੁਮੋ ਕਮਾਈ। ਕਿ ਸ਼ਰਾ ਦੀ ਅਦੂਲੀ ਤਾਂ ਫਿਰ ਤੂੰ ਵੀ ਕੀਤੀ ਹੈ, ਸ਼ਰਾ ਦਾ ਨਿਯਮ ਤੇ ਕਾਨੂੰਨ ਤੂੰ ਵੀ ਤੋੜਿਆ। ਦਈ ਤਲਾਕ ਰਮੀ ਸੋ ਫੇਰ। ਕਿ ਤੂੰ ਮੈਨੂੰ ਤਲਾਕ ਦੇ ਚੁੱਕਾ, ਮੈਂ ਤੇਰੇ ਲਈ ਪਰ ਇਸਤਰੀ ਹੋ ਗਈ ਹਾਂ, ਪਰ ਤੂੰ ਮੇਰੇ ਨਾਲ ਸੰਬੰਧ ਜੋੜਿਆ ਹੈ। ਉਚਿਤ ਸਜਾਏ ਆਪ ਕੋ ਹੇਰ। ਤੇ ਤੂੰ ਸ਼ਰਾ ਦਾ ਕਾਨੂੰਨ ਤੋੜਿਆ, ਇਸ ਕਰਕੇ ਹੈ ਪੈਗੰਬਰ ਇਬਰਾਹੀਮ ਤੈਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ, ਤੈਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ। ਸੁਨ ਬੀਵੀ ਕੇ ਬਾਕ ਅਪੂਲ। ਜਦੋਂ ਇਬਰਾਹੀਮ ਨੇ ਆਪਣੀ ਬੀਵੀ ਦੇ ਇਹ ਅਪੁੱਲ ਵਾਕ ਸੁਣਿਆ, ਅਪੁੱਲ ਦਾ ਮਤਲਬ ਕਿ ਬਿਲਕੁਲ ਜੋ ਸਹੀ ਕਹਿ ਰਹੀ ਸੀ ਉਹਦੇ ਸਹੀ ਵਾਕ ਸੁਣੇ। ਕਯੋ ਪਿਕੰਬਰ ਕਰੀ ਕਬੂਲ। ਪੈਗੰਬਰ ਇਬਰਾਹੀਮ ਬੋਲਿਆ, ਕਹਿੰਦਾ ਹਾਂ ਬੀਵੀ ਜੋ ਤੂੰ ਕਹਿਨੀ ਆ ਮੈਂ ਕਬੂਲ ਕਰਦਾ। ਵਾਕਈ ਮੈਂ ਵੀ ਸ਼ਰਾ ਦਾ ਕਾਨੂੰਨ ਤੋੜਿਆ, ਮੇਰੇ ਲਈ ਵੀ ਸਜ਼ਾ ਉਚਿਤ ਹੈ। ਜਿਮ ਚਾਤ ਤਿਮ ਕੀਜੇ ਪਿਆਰੀ। ਇਹ ਪਿਆਰੀ ਇਸਤਰੀ, ਜਿਵੇਂ ਤੈਨੂੰ ਚਾਹੇ ਤਿਵੇਂ ਤੂੰ ਉਸੇ ਤਰ੍ਹਾਂ ਦੀ ਸਜ਼ਾ ਮੈਨੂੰ ਦੇ। ਮੈਂ ਸਦੀਵ ਤੇਰੇ ਅਨੁਸਾਰੀ। ਮੈਂ ਸਦੀਵ ਤੇਰੇ ਅਨੁਸਾਰੀ ਹਾਂ, ਜੋ ਸਜ਼ਾ ਤੇਰੇ ਖਾਤੇ ਵਿੱਚ ਬਣਦੀ ਹੈ, ਕਾਨੂੰਨ ਦੀ ਸ਼ਰਾ, ਜਿਹੜੀ ਸ਼ਰਾ ਦਾ ਕਾਨੂੰਨ ਜੋ ਕਹਿੰਦਾ ਉਹ ਸਜ਼ਾ ਮੈਨੂੰ ਦਿਓ। ਸੁਨ ਤ੍ਰਿਆ ਕਏ ਅੰਗ ਜੋ ਲਾਏ। ਸੁਣ ਕੇ ਅੱਗੋਂ ਇਸਤਰੀ ਬੋਲੀ ਵੀ ਇਹਦੀ ਸਜ਼ਾ ਕਾਨੂੰਨ ਵਿੱਚ
ਜੋ ਸ਼ਰਈ ਕਾਨੂੰਨ ਹੈ ਉਹਦੇ ਵਿੱਚ ਇਹ ਹੈ ਕਿ ਜਿਹੜੇ ਜਿਹੜੇ ਤੇਰੇ ਅੰਗ ਮੇਰੇ ਤਨ ਨੂੰ ਸਰੀਰ ਨੂੰ ਲੱਗੇ ਹਨ, ਦਿਓ ਕਟਾਏ ਇਹ ਉਚਿਤ ਸਜਾਏ। ਉਚਿਤ ਸਜ਼ਾ ਇਹ ਹੈ ਕਿ ਤੇਰੇ ਇਹ ਸਾਰੇ ਅੰਗ ਜਿਹੜੇ ਜਿਹੜੇ ਅੰਗ ਤੇਰੇ ਮੇਰੇ ਸਰੀਰ ਨੂੰ ਲੱਗੇ ਨੇ ਕੱਟ ਦੇਣੇ ਚਾਹੀਦੇ ਨੇ। ਇਹੀ ਸਜ਼ਾ ਹੈ, ਇਹੀ ਕਾਨੂੰਨ ਸ਼ਰਈ ਕਾਨੂੰਨ ਹੈ। ਕਰ ਤਲਾਕ ਪੁਨ ਤਿਸ ਤੈ ਭੋਗਾ। ਔਰ ਤੂੰ ਮੈਨੂੰ ਤਲਾਕ ਦੇ ਕਰਕੇ ਮੁੜ ਕੇ ਮੇਰੇ ਨਾਲ ਸੰਬੰਧ ਬਣਾਏ ਹਨ, ਜਾਂ ਤੇ ਕਸ਼ਟ ਦੇਨ ਕੇ ਜੋਗਾ। ਇਸ ਕਰਕੇ ਤੈਨੂੰ ਇੱਕ ਕਸ਼ਟ ਦੇਣਾ ਚਾਹੀਦਾ, ਤੂੰ ਇਸ ਕਸ਼ਟ ਦੇ ਯੋਗ ਹੈ। ਤੇਰੇ ਉਹ ਅੰਗ ਕੱਟ ਦੇਣੇ ਚਾਹੀਦੇ ਹਨ ਜਿਹੜੇ ਅੰਗਾਂ ਦੇ ਨਾਲ ਤੂੰ ਮੈਨੂੰ ਸਪਰਸ਼ ਕੀਤਾ ਹੈ। ਸੁਨ ਕੇ ਸ਼ਰਾ ਬਾਤ ਸੱਚ ਸੋਏ। ਹੁਣ ਸ਼ਰਈ ਕਾਨੂੰਨ ਇਹੀ ਕਹਿੰਦਾ, ਸ਼ਰਾ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਜਿਹੜਾ ਕੋਈ ਵਿਅਕਤੀ ਪਰ ਇਸਤਰੀ ਦੇ ਨਾਲ ਆਪਣਾ ਸੰਬੰਧ ਜੋੜਦਾ, ਜਿਹੜੇ ਜਿਹੜੇ ਅੰਗ ਉਹਦੇ ਤਨ ਨਾਲ ਲੱਗਦੇ ਨੇ ਉਹਨਾਂ ਅੰਗਾਂ ਨੂੰ ਉਹਦੇ ਧੜ ਤੋਂ ਵੱਖਰਾ ਕਰ ਦੇਣਾ ਚਾਹੀਦਾ। ਇਹ ਸ਼ਰਈ ਕਾਨੂੰਨ ਹੈ। ਹੁਣ ਜਦੋਂ ਇਬਰਾਹੀਮ ਜੀ ਨੇ ਸੁਣਿਆ ਵੀ ਕਾਨੂੰਨ ਤਾਂ ਇਹੀ ਹੈ, ਬਿਲਕੁਲ ਸਹੀ ਕਹਿ ਰਹੀ ਹੈ ਬੀਬੀ, ਦੀਨ ਹੋਏ ਬੰਦੇ ਕਰ ਦੋਏ। तो इब्राहिम जी ने अपने दोवें हथ जोड़े और अपनी बीवी अगे दीन हो के बोले, प्रिया बात तै साची उबाची। कहन लगे, हे प्यारी स्त्री, तू जो कह रही है बिल्कुल सच कह रही है। लियो बचाए चित जे रुचि राची। सजा तो यही बनती है, पर मैं तेरा पति भी हाँ, चाहे हुण नहीं पर सीगा, ते तू मेरे नाल हित करदी है, प्रेम करदी है जे, ता मैनू बचा ले। जथा सजाए होए पी जाए। जिहदे नाल मैनू सजा भी मिल जाए, ये नहीं मैं कहता तू सजा ना दे, मैनू सजा भी मिल जाए। जीत रहो तुझ सो सुख पाए। पर मैं बाद च जिउंदा भी तेरे नाल रहां ते सुख प्राप्त करा। सजा भी मिल जाए मैनू, क्योंकि जेड़ी सजा तू कह रही हो सजा नाल मैं जीवित नहीं रहांगा। तू इहो जी सजा मैनू दे जिहदे नाल मैं जीवित भी रहा और तेरे नाल रह के सुख भी माणा। पयो दीन त्रिया करुणा तरी। जदों इब्राहिम खलील जी इस तरह दीन मने होए तां इहदी इस्त्री ने सुन के मन च तरस कीता। कोमल हिरदा सी इस्त्री दा, ਉਹ ਕੋਮਲਤਾ ਉਹਦੇ ਮਨ ਵਿੱਚ ਦਰਵੀ ਛਲਕੀ। ਇਮ ਸਜਾਏ ਪਤੀ ਕੇ ਸੰਗ ਕਰੀ। ਉਹਨੇ ਆਪਣੇ ਪਤੀ ਇਬਰਾਹੀਮ ਖਲੀਲੁੱਲਾ ਨੂੰ ਇਹ ਸਜ਼ਾ ਦਿੱਤੀ। ਹੱਥ ਲਗੇ ਨੈ ਕਾਟਨ ਕੀਨ। ਕਿ ਇਹਨਾਂ ਹੱਥਾਂ ਨਾਲ ਤੂੰ ਮੈਨੂੰ ਸਪਰਸ਼ ਕੀਤਾ ਹੈ। ਵਿਹਿਤ ਮਰਿਆਦਾ ਇਹ ਸੀ ਕਿ ਹੱਥ ਕੱਟ ਦਿੱਤੇ ਜਾਣ। ਉਹਨੇ ਹੱਥ ਕੱਟਣ ਦੀ ਬਜਾਏ ਤਿੰਨ ਪਲਟੇ ਕਾਟੀ ਅਸਤੀਨ। ਹੱਥ ਕੱਟਣ ਦੀ ਬਜਾਏ ਬਾਹਾਂ ਦੇ ਉੱਪਰਲੇ ਪਾਸੇ ਜਿਹੜਾ ਕਮੀਜ਼ ਪਾਇਆ ਹੋਇਆ ਸੀ, ਉਹ ਕਮੀਜ਼ ਦੀਆਂ ਉੱਪਰਲੀਆਂ ਜਿਹੜੀਆਂ ਕੋਹਣੀ ਤੱਕ ਕਮੀਜ਼ ਕੱਟ ਦਿੱਤੀ। ਹੁਣ ਵੀ ਇਹ ਖਤਨਾ ਕਰਦੇ ਨੇ, ਜਿਸ ਵਕਤ ਸੁਨਨਤ ਕਰਦੇ ਨੇ, ਖਤਨਾ ਕਰਦੇ ਨੇ, ਤਾਂ ਉਸ ਵਕਤ ਇਸੇ ਤਰ੍ਹਾਂ ਕਰਦੇ ਨੇ। ਹੱਥਾਂ ਦੇ ਉੱਪਰ ਪਾਈ ਹੋਈ ਜਿਹੜੀ ਕਮੀਜ਼ ਹੁੰਦੀ ਆ ਬਾਹਾਂ ਤੇ, ਉਸ ਕਮੀਜ਼ ਨੂੰ ਕੱਟ ਦਿੰਦੇ ਨੇ ਕੈਂਚੀ ਨਾਲ। ਲਿੰਗ ਕਟਨ ਤੇ ਸੁਨਨਤ ਕਰੀ। ਲਿੰਗ ਕੱਟਣ ਦੀ ਬਜਾਏ ਉਹਦੇ ਉੱਪਰ ਸੁਨਨਤ ਕਰ ਦਿੱਤੀ। ਅਤਰਨ ਤੇ ਦ્વੈ ਮੂਚਨ ਹਰੀ। ਤੇ ਜਿਹੜੇ ਬੁੱਲ ਸਨ ਉਹਨਾਂ ਨੂੰ ਕੱਟਣ ਦੀ ਬਜਾਏ ਉੱਪਰੋਂ ਮੁੱਛ ਕੱਟ ਦਿੱਤੀ ਗਈ। तो वो सजा दे दी गई। छाती पर ते कतरे 12। छाती दे जेड़े केस सन, हुण छाती कटनी बनदी सी, पर उपरले जेड़े केस सन छाती दे ओ कट के खतना कीता। सिर ते जूड़ा काटे उतारा। सिर कट्टण दी रिवायत सी, सिर ही वड्ढना पैना सी, तो सिर कट्टण दी बजाए सिर दे उत्ते जेड़ा जूड़ा सी ਉਹ ਕੱਟ ਦਿੱਤਾ ਇਬਰਾਹੀਮ ਪੈਗੰਬਰ ਦਾ। ਤਿਸ ਉਮਤ ਅਵਲੋਕਿਓ ਐਸੇ। ਜਿਹੜੀ ਇਬਰਾਹੀਮ ਪੈਗੰਬਰ ਦੀ ਉਮਤ ਸੀ, ਹੁਣ ਵੀ ਸਾਰੇ ਮੁਸਲਮਾਨ ਸੁਨਨਤ ਨਹੀਂ ਕਰਦੇ। ਉਹਨਾਂ ਵਿੱਚ ਵੀ ਕਈ ਫਿਰਕੇ ਨੇ, ਇੱਕ ਸੁੰਨੀਆਂ ਦਾ ਫਿਰਕਾ ਤੇ ਸੀਆ ਜਿਹੜੇ ਨੂੰ ਵੱਖਰੇ ਨੇ। ਸੀਆ ਸੁੰਨੀਆਂ ਦੀ ਇਸ ਸੁਨਨਤ ਤੋਂ ਰਾਜੀ ਨਹੀਂ ਹਨ, ਉਹ ਇਹਨਾਂ ਦੀ ਸੁਨਨਤ ਦੇ ਬਰਖਲਾਫ ਨੇ, ਆਪਸ ਵਿੱਚ ਲੜ ਵੀ ਪੈਂਦੇ ਹਨ, ਵਿਰੋਧ ਵੀ ਆ ਉਹਨਾਂ ਦਾ। ਜੋ ਸੀਆ ਦੀਆਂ ਮਰਿਆਦਾਵਾਂ ਰਵਾਇਤਾਂ ਨੇ ਉਹ ਸੁੰਨੀ ਨਹੀਂ ਮੰਨਦੇ। ਹਾਂ,
ਧਰਮ ਗ੍ਰੰਥ ਭਾਵੇਂ ਇਹਨਾਂ ਦੇ ਇੱਕ ਹੀ ਨੇ, ਕੁਰਾਨ ਨੂੰ ਹੀ ਆਪਣਾ ਧਰਮ ਗ੍ਰੰਥ ਮੰਨਦੇ ਹਨ। 4 ਜਿਹੜੀਆਂ ਤੁਰੇਤ ਨੇ ਉਹਨਾਂ ਨੂੰ ਆਪਣੇ ਧਰਮ ਗ੍ਰੰਥ ਮੰਨਦੇ ਨੇ, ਪਰ ਫਿਰਕੇ ਇਹਨਾਂ ਦੇ ਵੱਖੋ ਵੱਖਰੇ ਨੇ। ਤੋ ਇਸ ਪ੍ਰਕਾਰ ਨਾਲ ਜਿਹੜੀ ਇਬਰਾਹੀਮ ਖਲੀਲੁੱਲਾਹ ਦੀ ਅੱਗੇ ਉਮਤ ਸੀ, ਉਹਨਾਂ ਨੇ ਸੁੰਨੀ ਦੀ ਜਿਹੜੀ ਮਰਿਆਦਾ ਸੀ ਉਹ ਆਪਣੇ ਪੈਗੰਬਰ ਨੂੰ ਵੇਖ ਕੇ ਧਾਰਨ ਕਰ ਲਈ ਵੀ ਸਾਡਾ ਪੈਗੰਬਰ ਉਹਨੇ ਆਹ ਮਰਿਆਦਾ ਕੀਤੀ, ਤੇ ਅੱਗੋਂ ਉਹਨਾਂ ਦੀ ਉਮਤ ਨੇ ਵੀ, ਉਹਨਾਂ ਨੇ ਵੀ ਸਿਰ ਤੋਂ ਕੇਸ ਕਟਾਣੇ, ਸੁੰਨਤ ਕਰਨੀ, ਛਾਤੀ ਤੋਂ ਖਤਨਾ ਕਰਾਉਣਾ, ਮੁੱਛਾਂ ਕੱਟੜੀਆਂ। ਤੋ ਇਸ ਪ੍ਰਕਾਰ ਉਹਨਾਂ ਵਿੱਚ ਰਵਾਇਤ ਜਿਹੜੀ ਸੀ ਮੁਸਲਮਾਨਾਂ ਵਿੱਚ ਚੱਲ ਪਈ। ਸਭ ਇਨਕਾਰੀ ਵਾਰਤਾ ਤੈਸੇ, ਇਹ ਵਾਰਤਾ ਸਾਰਿਆਂ ਨੇ ਉਸੇ ਤਰ੍ਹਾਂ ਕਰ ਲਈ ਜਿਵੇਂ ਇਬਰਾਹੀਮ ਖਲੀਲੁੱਲਾਹ ਨੇ ਕੀਤੀ। ਇਮ ਤੁਰਕਨ ਸਭ ਕੇਸ ਕਟਾਏ, ਔਰ ਏਦਾਂ ਸਾਰੇ ਤੁਰਕਾਂ ਦੇ ਵਿੱਚ ਸੁੰਨੀਆਂ ਦੀ ਗਿਣਤੀ ਅੱਜ ਵੀ ਵੱਧ ਹੈ। ਸੁੰਨੀਆਂ ਦੀ ਗਿਣਤੀ ਵਧੇਕ ਹੋਣ ਕਰਕੇ ਉਹਨਾਂ ਵਿੱਚ ਜੋ ਖਲੀਲੁੱਲਾਹ ਕਹਿੰਦੇ ਨੇ ਖੁਦਾ ਦੇ ਦੋਸਤ ਨੂੰ, ਇਬਰਾਹੀਮ ਨੂੰ ਇਸਲਾਮ ਧਰਮ ਦੇ ਲੋਕ ਖਲੀਲੁੱਲਾਹ ਕਹਿੰਦੇ ਵੀ ਉਹ ਖੁਦਾ ਦਾ ਦੋਸਤ ਹੈ, ਖੁਦਾ ਦਾ ਮਿੱਤਰ, ਪੈਗੰਬਰ ਵੀ ਕਹਿੰਦੇ ਹਨ। ਤੋ ਉਹਦੀ ਉਮਤ ਹੋਣ ਕਰਕੇ ਬਹੁਤ ਸਾਰੇ ਕਰੋੜਾਂ ਮੁਸਲਮਾਨ ਖਲੀਲੁੱਲਾਹ ਇਬਰਾਹੀਮ ਦੇ ਕਹੇ ਹੋਏ ਰਸਤੇ ਦੇ ਉੱਤੇ ਚੱਲਦੇ ਨੇ। ਉਰ ਬਲੀ ਮੇਰੇ ਆਦ ਮਿਟਾਏ, ਜਿਹੜੀ ਮਰਿਆਦਾ ਉਹਨਾਂ 'ਚ ਪਹਿਲਾਂ ਚੱਲਦੀ ਸੀ ਕੇਸਾ ਧਾਰੀ ਰਹਿਣ ਦੀ, ਉਹ ਮਰਿਆਦਾ ਇਸ ਤਰ੍ਹਾਂ ਉਹਨਾਂ ਵਿੱਚੋਂ ਮਿਟੀ ਹੈ। ਇੱਕ ਸਜ਼ਾ ਸੀ ਜਿਸ ਨੂੰ ਉਹਨਾਂ ਨੇ ਆਪਣੀ ਧਰਮ ਦੀ ਇੱਕ ਰਵਾਇਤ ਬਣਾ ਲਿਆ। ਪੁਨ ਹਿੰਦੂਆਂ ਕੀ ਸੁਨੋ ਕਹਾਣੀ, ਇੱਥੋਂ ਚੱਲੀ ਹੈ ਮੁਸਲਮਾਨਾਂ 'ਚ ਕੇਸ ਕੱਟਣ ਦੀ ਰਵਾਇਤ। ਨਹੀਂ ਤਾਂ ਪਹਿਲਾਂ ਹਜ਼ਰਤ ਮੁਹੰਮਦ ਸਾਹਿਬ ਕੇਸਾ ਧਾਰੀ ਸਨ, ਐਸੇ ਪ੍ਰਮਾਣ ਮਿਲਦੇ ਨੇ। ਬਹੁਤ ਸਾਰੇ ਪੈਗੰਬਰ ਵਲੀ ਕੇਸਾ ਧਾਰੀ ਰਹੇ ਨੇ। ਇਬਰਾਹੀਮ ਜੀ ਤੋਂ ਬਾਅਦ ਕੇਸ ਕੱਟਣ ਦੀ ਬਾਦੀ ਨਾ ਇਸਲਾਮ ਧਰਮ ਦੇ ਲੋਕਾਂ ਵਿੱਚ ਆਈ, ਇਹ ਤੇ ਸੀ ਮੁਸਲਮਾਨਾਂ 'ਚ ਕੇਸ ਕੱਟਣ ਦੀ ਰਵਾਇਤ ਚੱਲੀ। ਹੁਣ ਮਹਾਰਾਜ ਜੀ ਕਹਿੰਦੇ ਹਿੰਦੂਆਂ 'ਚ ਸੁਣੋ ਵੀ ਇਹਨਾਂ 'ਚ ਕਿੱਥੋਂ ਚੱਲੀ, ਉਹ ਵੀ ਸੁਣੋ। ਹੋਇਓ ਪਰਸਰਾਮ ਬਲਿਖਾਨੀ, ਪਰਸ਼ੁਰਾਮ ਜੀ ਹੋਏ ਨੇ ਬੜੇ ਵੱਡੇ ਅਵਤਾਰ ਸਨ। ਪਰਸ਼ੂਰਾਮ ਜੀ ਉਹਨਾਂ ਨੂੰ ਕਿਹਾ ਜਾਂਦਾ, ਪਰਸ਼ੂਰਾਮ ਬ੍ਰਾਹਮਣ ਸਨ। 21 ਵਾਰ ਛਤਰੀਆਂ ਦਾ ਉਹਨਾਂ ਨੇ ਨਾਸ਼ ਕੀਤਾ ਸੀ, 21 ਵਾਰ। ਹਾਂਜੀ, ਕਰਤ ਜੁਦ ਛਤਰੀ ਸਭ ਹਾਰੇ, ਔਰ ਬੜੇ ਬੜੇ ਛਤਰੀ ਉਹਨਾਂ ਨਾਲ ਯੁੱਧ ਕਰਕੇ ਹਾਰੇ। 21 ਵਾਰ ਛਤਰੀਆਂ ਨੂੰ ਹਰਾਇਆ ਤੇ ਮਾਰਿਆ। ਤਿੰਨ ਸਿਰ ਪਰ ਤੇ ਕੇਸ਼ ਉਤਾਰੇ, ਜਿਹੜੇ ਛਤਰੀ ਆਪਣੀ ਜਾਨ ਬਚਾਉਂਦੇ ਸੀ ਪਰਸ਼ੂਰਾਮ ਜੀ ਦੇ ਕੋਲੋਂ, ਪਰਸ਼ੂਰਾਮ ਉਹਨਾਂ ਦੇ ਸਿਰ ਦੇ ਕੇਸ ਕੱਟ ਕੇ ਉਹਨਾਂ ਨੂੰ ਜਿਉਂਦਾ ਛੱਡਦਾ ਸੀ। ਕਿਉਂਕਿ ਮੌਤ ਤੋਂ ਵੀ ਭਿਆਨਕ ਸਜ਼ਾ ਅਗਰ ਕੋਈ ਹੁੰਦੀ ਸੀ ਤਾਂ ਉਹ ਕੇਸ ਕੱਟਣ ਦੀ ਹੁੰਦੀ ਸੀ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕ੍ਰਿਸ਼ਨਾ ਅਵਤਾਰ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਜਿਸ ਵੇਲੇ ਭਗਵਾਨ ਕ੍ਰਿਸ਼ਨ ਜੀ ਰੁਕਮਣੀ ਨੂੰ ਵਿਆਹ ਕੇ ਲਿਆਏ ਨੇ ਤਾਂ ਰੁਕਮਣੀ ਦਾ ਇੱਕ ਭਰਾ ਸੀ ਰੁਕਮ, ਉਹਨੇ ਕ੍ਰਿਸ਼ਨ ਜੀ ਦਾ ਆ ਕੇ ਰਸਤਾ ਰੋਕਿਆ ਕਿ ਮੇਰੇ ਨਾਲ ਜੰਗ ਕਰ। ਭਗਵਾਨ ਕ੍ਰਿਸ਼ਨ ਜੀ ਨੇ ਉਹਦੇ ਨਾਲ ਜੰਗ ਕੀਤਾ। ਜਦੋਂ ਮਾਰਨ ਲੱਗੇ ਤੇ ਰੁਕਮਣੀ ਜੀ ਨੇ ਭਗਵਾਨ ਕ੍ਰਿਸ਼ਨ ਜੀ ਨੂੰ ਬੇਨਤੀ ਕੀਤੀ, ਹੈ ਭਗਵਾਨ ਇਹ ਮੇਰਾ ਭਰਾ ਹੈ, ਇਹਨੂੰ ਮੌਤ ਦੇ ਘਾਟ ਨਾ ਉਤਾਰੋ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਇਹਨੂੰ ਮਾਰਾਂਗਾ ਨਹੀਂ, ਪਰ ਮੌਤ ਤੋਂ ਵੀ ਬੱਤਰ ਸਜ਼ਾ ਦਿਆਂਗਾ। ਤਾਂ ਕੀ ਕੀਤਾ, ਉਹਦੇ ਸਿਰ ਦੇ ਕੇਸਾਂ ਦਾ ਜਿਹੜਾ ਜੂੜਾ ਸੀ ਉਹ ਕੱਟ ਦਿੱਤਾ ਗਿਆ ਤੇ ਉਹਨੂੰ ਛੱਡ ਦਿੱਤਾ। ਉਹ ਰੁਕਮ ਪਾਂਡਵਾਂ ਦੇ ਖਿਲਾਫ, ਭਗਵਾਨ ਕ੍ਰਿਸ਼ਨ ਦੇ ਖਿਲਾਫ ਫਿਰ ਕੈਰਵਾਂ ਵੱਲੋਂ ਲੜਿਆ ਸੀ ਉਸ ਬਦਲਾ ਲੈਣ ਵਾਸਤੇ। ਯਾਨੀ ਕਿ ਮੌਤ ਤੋਂ ਵੀ ਭਿਆਨਕ ਸਜ਼ਾ ਮੰਨੀ ਜਾਂਦੀ ਸੀ ਸਿਰ ਤੋਂ ਕੇਸਾਂ ਨੂੰ ਕੱਟ ਦੇਣਾ, ਜੂੜਾ ਕੱਟ ਦੇਣਾ। ਮਹਾਰਾਜ ਜੀ ਕਹਿੰਦੇ ਪਰਸ਼ੂਰਾਮ ਜੀ ਨੇ ਸਭ ਤੋਂ ਪਹਿਲਾਂ ਕੇਸ ਕੱਟਣੇ ਸ਼ੁਰੂ ਕੀਤੇ ਛਤਰੀਆਂ ਦੇ, ਕਿਉਂਕਿ ਉਹ ਛਤਰੀਆਂ ਦਾ ਨਾਸ਼ ਕਰਦੇ ਸੀ। ਇਹਦੇ ਪਿੱਛੇ ਪੁਰਾਣਕ ਕਥਾ ਹੈ। ਸਹੰਸਰ ਬਾਹੂ ਨਾਮ ਦਾ ਇੱਕ ਰਾਜਾ ਸੀ, ਉਹਨੇ ਪਰਸ਼ੂਰਾਮ ਜੀ ਦੇ ਪਿਤਾ ਜੀ ਨੂੰ ਆ ਕੇ ਕਤਲ ਕਰ ਦਿੱਤਾ। ਪਰਸ਼ੂਰਾਮ ਜੀ ਨੇ ਆ ਕੇ ਜਦੋਂ ਬਾਹਰੋਂ ਆਏ ਘਰ ਵਿੱਚ ਤੇ ਮਾਤਾ ਉਹਨਾਂ ਦੀ ਰੁਦਨ ਕਰਦੀ, ਤੇ ਉਹਨੇ ਤਿੰਨ ਹਥੜੇ ਜਿਹੜੇ ਸਨ ਉਹ ਆਪਣੇ ਸਰੀਰ ਤੇ ਮਾਰੇ।
तो परशुराम ने प्रण कीता कि मैं 21 ਵਾਰ ਛਤਰੀਆਂ ਦਾ ਨਾਸ਼ ਕਰਕੇ ਉਹਨਾਂ ਦਾ ਰਾਜ ਖਤਮ ਕਰਾਂਗਾ ਤੇ ਬ੍ਰਾਹਮਣਾਂ ਨੂੰ ਰਾਜ ਦਿਆਂਗਾ। ਤੋ ਜਦੋਂ ਛਤਰੀ ਵਧਦੇ ਪਰਸ਼ੁਰਾਮ ਜੀ ਮਾਰ ਦਿੰਦੇ, ਫਿਰ ਉਹਨਾਂ ਦੀਆਂ ਛਤਰਾਣੀਆਂ ਦੇ ਉਦਰਾਂ ਵਿੱਚ ਜਿਹੜੇ ਬੱਚੇ ਹੁੰਦੇ ਉਹ ਜੰਮਦੇ, ਫਿਰ ਉਹ ਰਾਜ ਕਰਦੇ, ਫਿਰ ਉਹਨਾਂ ਨੂੰ ਮਾਰਦੇ। ਇਹੋ ਜੀ ਪੁਰਾਣਕ ਕਥਾ ਵੀ 21 ਵਾਰ ਛਤਰੀਆਂ ਦਾ ਨਾਸ਼ ਕੀਤਾ ਤੇ ਜਿਹੜੇ ਛਤਰੀ ਨੂੰ ਛੱਡਦੇ ਸੀ ਜਿਉਂਦਾ ਉਹਦੇ ਕੇਸ ਕੱਟ ਦਿੰਦੇ ਸੀ, ਬਹੁਤਿਆਂ ਨੂੰ ਮਾਰ ਦਿੰਦੇ ਸੀ। ਮਹਾਰਾਜ ਜੀ ਕਹਿੰਦੇ ਉਹਨਾਂ ਨੇ ਕੇਸ ਕੱਟ ਕੇ ਲੋਕਾਂ ਨੂੰ, ਛਤਰੀਆਂ ਨੂੰ ਸਜ਼ਾ ਦੇਣੀ ਕਿ ਮੌਤ ਤੋਂ ਵੀ ਭਿਆੜੀ ਸਜ਼ਾ ਦੇ ਕੇ ਉਹਨਾਂ ਨੂੰ ਕੇਸ ਕੱਟ ਕੇ ਛੱਡ ਦਿੰਦੇ ਸਨ। ਮੁਨੀ ਨੰਦਨ ਜਬ ਮੁੰਡਨ ਕਰੇ, ਕਹਿੰਦੇ ਏਦਾਂ ਮੁਨੀ ਨੰਦਨ ਨੇ ਯਾਨੀ ਕਿ ਪਰਸ਼ੁਰਾਮ ਨੇ ਜਦੋਂ ਬਹੁਤ ਸਾਰੇ ਛਤਰੀਆਂ ਦਾ ਮੁੰਡਨ ਕੀਤਾ, ਰਹੇ ਮੁੰਡਾਵਤ ਰੀਤੀ ਪਰੇ, ਉਹ ਜਿਹੜੇ ਸਿਰ ਮੁੰਡਾ ਲੈਂਦੇ ਉਹਨਾਂ ਦੇ ਅੱਗੇ ਫਿਰ ਰੀਤੀ ਚੱਲ ਪਈ, ਉਹਨਾਂ ਦੀ ਅੱਗੇ ਪਰੰਪਰਾ ਹੀ ਚੱਲ ਪਈ, ਉਹ ਮੁੰਡਨ ਹੀ ਕਰਾਉਣ ਲੱਗ ਪਏ। ਪੁਨ ਕਲ ਯੁਗ ਮੈਂ ਰਾਜੇ ਪਏ, ਫਿਰ ਕਲ ਯੁਗ ਦੇ ਵਿੱਚ ਰਾਜੇ ਹੋਏ ਜਿਨ੍ਹਾਂ ਦੀ ਨੰਦ ਸੰਗਿਆ ਸੀ। ਸੰਗਿਆ ਜਿਨੋ ਨੰਦ ਕੀ ਲਏ, ਜਿਨ੍ਹਾਂ ਨੂੰ ਨੰਦ ਕਿਹਾ ਜਾਂਦਾ ਸੀ ਉਹ ਸੰਗਿਆ ਦੇ ਰਾਜੇ ਕਲਯੁਗ ਵਿੱਚ ਹੋਏ। ਦੁਰ ਕੈ ਵਿਪਰ ਨ ਬਰਨੀ ਕਰੇ, ਰਾਜੇ ਨੰਦਾਂ ਨੂੰ ਇਹ ਫਿਕਰ ਪੈ ਗਈ ਕਿ ਜਿਹੜੇ ਬ੍ਰਾਹਮਣ ਨੇ ਉਹ ਘਰਾਂ ਵਿੱਚ ਲੁਕ ਕੇ ਕਿਤੇ ਮੰਤਰਾਂ ਦਾ ਜਾਪ ਕਰਕੇ ਸ਼ਕਤੀ ਨਾਲ ਸਾਡਾ ਰਾਜ ਨਾ ਖੋਹ ਲੈਣ, ਹਮਰੋ ਰਾਜ ਨਾਸ਼ ਹੋਏ ਡਰੇ, ਉਹ ਸਾਡਾ ਰਾਜ ਨਾ ਖੋਹ ਲੈਣ, ਕਿਤੇ ਸਾਡੇ ਰਾਜ ਦਾ ਨਾਸ਼ ਨਾ ਕਰ ਦੇਣ। ਤਿਨੋਂ ਵਿਚਾਰਿਓ ਏਈ ਉਪਾਏ, ਉਹਨੇ ਉਸ ਵਕਤ ਉਪਾਅ ਕੀਤਾ, ਸਭ ਵਿਪਰਨ ਕੇ ਸਿਰ ਮੁੰਡਵਾਏ, ਜਿੰਨੇ ਬ੍ਰਾਹਮਣ ਸੀ ਸਾਰਿਆਂ ਦੇ ਕੇਸ ਮੁੰਡਾ ਦਿੱਤੇ ਰਾਜੇ ਨੰਦ ਨੇ। ਸੁਰ ਪ੍ਰਸੰਨ ਬਿਨ ਕੇਸ਼ ਨਾ ਹੋਏ, ਹੁਣ ਜਿਹੜੇ ਕੇਸ ਕੱਟ ਲੈਣ ਉਹਨਾਂ ਨੂੰ ਮੰਤਰ ਨਹੀਂ ਫੁਰਦਾ। ਕਲਗੀਧਰ ਪਾਤਸ਼ਾਹ ਦੇ ਵੀ ਬਚਨ ਨੇ, ਕੇਸਾਹੀਣ ਨਾ ਮੰਤਰ ਫੁਰੈ, ਦਸਮ ਗ੍ਰੰਥ ਚ ਬਚਨ ਕਰਦੇ ਕਲਗੀਧਰ, ਕੇਸਾਹੀਣ ਨਾ ਮੰਤਰ ਫੁਰੈ। ਜਿਹੜਾ ਕੇਸਾਂ ਨੂੰ ਕਤਲ ਕਰਾ ਦਿੰਦਾ, ਕਟਾ ਦਿੰਦਾ, ਉਹਨੂੰ ਮੰਤਰ ਦੀ ਸ਼ਕਤੀ ਨਹੀਂ ਫੁਰਦੀ, ਉਹ ਮੰਤਰ ਸ਼ਕਤੀ ਉਹਨਾਂ ਅੰਦਰ ਉਜਾਗਰ ਨਹੀਂ ਹੁੰਦੀ। ਜਦੋਂ ਰਾਜੇ ਨੰਦ ਨੇ ਬ੍ਰਾਹਮਣਾਂ ਦੇ ਕੇਸ ਕੱਟ ਦਿੱਤੇ, ਮੰਤਰ ਨਹੀਂ ਫੁਰਦੇ, ਔਰ ਦੇਵਤੇ ਵੀ ਉਹਨਾਂ ਤੇ ਪ੍ਰਸੰਨ ਨਹੀਂ ਹੁੰਦੇ। ਜਾਂ ਤੇ ਮੂੰਡ ਦਏ ਸਭ ਕੋਏ, ਇਸੇ ਕਰਕੇ ਰਾਜੇ ਨੰਦ ਨੇ ਸਾਰੇ ਬ੍ਰਾਹਮਣਾਂ ਦੇ ਕੇਸ ਮੁੰਡ ਦਿੱਤੇ। ਹਿੰਦੂ ਤੁਰਕ ਇਸੀ ਬਿਦ ਸਾਰੇ, ਜਦੋਂ ਬ੍ਰਾਹਮਣਾਂ ਦੇ ਕੇਸ ਮੁੰਡੇ ਉਹਨਾਂ ਨੇ ਆਖਿਆ ਵੀ ਇਹ ਤਾਂ ਬੜੀ ਮਾੜੀ ਸਜ਼ਾ ਸਾਨੂੰ ਮਿਲੀ ਤੇ ਅਸੀਂ ਹੁਣ ਬਚ ਗਏ ਇਹਦੀ ਸਜ਼ਾ ਤੋਂ। ਉਹਨਾਂ ਕੀ ਕੀਤਾ, ਉਹਨਾਂ ਸ਼ਲੋਕ ਬਣਾ ਕੇ ਵੇਦਾਂ 'ਚ ਲਿਖ ਦਿੱਤੇ ਕਿ ਮੁੰਡਨ ਕਰਾਣਾ ਚਾਹੀਏ, ਕੇਸ ਕਟਾਣੇ ਚਾਹੀਏ। ਸਜ਼ਾ ਮਿਲੀ ਸੀ ਆਪਣਾ ਪਾਪ ਛੁਪਾਉਣ ਲਈ ਉਹਨਾਂ ਨੇ, ਕਿਉਂਕਿ ਸੂਤਰ ਜਿਹੜੇ ਸਨ ਲਿਖਤੀ ਵਿੱਚ ਤਾਂ ਬਹੁਤ ਬਾਅਦ ਵਿੱਚ ਆਏ, ਪਹਿਲਾਂ ਜ਼ੁਬਾਨੀ ਚੱਲਦੇ ਸੀ, ਲਿਪੀ ਤਾਂ ਬਾਅਦ ਵਿੱਚ ਬਣੀ ਹੈ। ਤੋ ਉਹਨਾਂ ਨੇ ਆਪਣੇ ਕੋਲੋਂ ਹੀ ਸ਼ਲੋਕ ਬਣਾ ਕੇ ਕੇਸ ਕੱਟਣ ਦੇ ਉਹ ਲੋਕਾਂ 'ਚ ਵੇਦ ਕਰ ਦਿੱਤੇ, ਮੁੰਡਨ ਕਰਨਾ ਸ਼ੁਰੂ ਕਰ ਦਿੱਤਾ। ਏਦਾਂ ਹਿੰਦੂਆਂ ਦੇ ਵਿੱਚ ਕੇਸ ਕੱਟਣ ਦੀ ਰਵਾਇਤ ਆਈ। ਵਰਨਾ ਹਿੰਦੂਆਂ ਦੇ ਜਿਤਨੇ ਧਰਮ ਗ੍ਰੰਥ ਸ਼ਾਸਤਰ ਨੇ ਉਹਨਾਂ 'ਚ ਜਿੰਨੇ ਅਵਤਾਰਾਂ ਦਾ, ਜਿੰਨੇ ਮਹਾਂਪੁਰਸ਼ਾਂ ਦਾ, ਰਿਸ਼ੀਆਂ ਦਾ, ਮੁਨੀਆਂ ਦਾ, ਤਪਸਵੀਆਂ ਦਾ, ਦੇਵਤਿਆਂ ਦਾ ਜ਼ਿਕਰ ਆਉਂਦਾ, ਸਾਰਿਆਂ ਦਾ ਵਰਣਨ ਕੇਸਾਧਾਰੀ ਰੂਪ ਵਿੱਚ ਆਉਂਦਾ ਹੈ। ਉਹ ਸਭ ਕੇਸਾਧਾਰੀ ਸਨ। ਹਿੰਦੂ ਤੁਰਕ ਇਸੀ ਬਿਦ ਸਾਰੇ, ਇਹ ਤਾਂ ਹਿੰਦੂਆਂ ਵਿੱਚ ਵਾਦੀ ਚੱਲੀ ਕੇਸ ਕੱਟਣ ਦੀ, ਮੁਸਲਮਾਨਾਂ 'ਚ ਪਹਿਲਾਂ ਦਾਸੀ ਚੁੱਕੇ ਹਨ। ਸਿਰ ਮੁੰਡਵਾਏ ਧਰਮ ਕੋ ਹਾਰੇ, ਏਦਾਂ ਸਿਰ ਮੁੰਡਾ ਕੇ ਇਹਨਾਂ ਨੇ ਆਪਣਾ ਧਰਮ ਹਾਰਿਆ। ਨੌ ਨਿਦ ਸੁਨੀਏ ਹੇਤ ਮੁੰਡਨ ਕੋ, ਇਹ ਨੌਨਿਦ ਭੰਡਾਰੀ ਜੀ ਸੁਣੋ ਕੇਸ ਮੁੰਡਣ ਦੇ ਕਾਰਨ ਨੂੰ। ਕੇਸ਼ ਰਾਖਨੇ ਰਵਾਂ ਸਬਨ ਕੋ, ਕੇਸ ਰੱਖਣੇ ਸਾਰਿਆਂ ਲਈ ਯੋਗ ਹਨ, ਕੋਈ ਵੀ ਹੋਵੇ ਉਹ ਕਿਸੇ ਵਜਬ ਨਾਲ, ਕਿਸੇ ਵਰਣ ਨਾਲ ਸੰਬੰਧਿਤ ਹੋਵੇ। ਜਿਨ ਤੇ ਬਿਨਾ ਪ੍ਰਸੰਨ ਨਾ ਦੇਵ, ਕੇਸ ਰੱਖੇ ਬਿਨਾ ਤਾਂ ਦੇਵਤੇ ਵੀ ਪ੍ਰਸੰਨ ਨਹੀਂ ਹੁੰਦੇ। ਅਸ ਸ਼ੁਭ ਕੇਸ਼ ਮੁੰਡਾਵਨ ਲੇਵ, ਇਹੋ ਜਿਹੇ ਸ਼ੁਭ ਕੇਸ਼ਾਂ ਨੂੰ ਲੋਕਾਂ ਨੇ ਮੁੰਡਾਣਾ ਸ਼ੁਰੂ ਕਰ ਦਿੱਤਾ। ਇਹੋ ਜਿਹੇ ਸ਼ੁਭ ਕੇਸ਼ਾਂ ਨੂੰ ਆਪਣੇ ਸਰੀਰ ਤੋਂ ਤਿਆਗਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਬਿਨਾ ਵਿਚਾਰੇ
ਦੇਖਾ ਦੇਖੀ ਇਹਨਾਂ ਵਿਚਾਰੇ ਵੇਖਾ ਵੇਖੀਏ ਪਿਰਤ ਪੈ ਗਈ, ਲੋਕਾਂ ਦੇ ਵਿੱਚ ਇਹ ਭੈੜੀਆਂ ਆਦਤਾਂ ਚੱਲ ਪਈਆਂ। ਧਾਰੀ ਰੀਤ ਪਏ ਦੁਰਪੇਖੀ ਔਰ ਇਹ ਵੇਖਾ ਵੇਖੀ ਚੱਲ ਪਿਆ ਸਭ ਕੁਝ। ਜਗ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੇ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ। ਵੇਖਾ ਵੇਖੀ ਲੋਕਾਂ ਦੇ ਵਿੱਚ ਇਹ ਪਿਰਤ ਪੈ ਗਈ। ਇਹ ਵਾਦੀ ਨਹੀਂ ਸੀ ਲੋਕਾਂ ਵਿੱਚ, ਸਾਡੇ ਪੰਜਾਬ ਦੇ ਵਿੱਚ ਵੀ ਇਹ ਵਾਦੀ ਨਹੀਂ ਸੀ। ਅੱਜ ਤੋਂ ਜੇ 5-7 ਦਹਾਕੇ ਪਿੱਛੇ ਚਲੇ ਜਾਈਏ, ਵੇਖਾ ਵੇਖੀ ਲੋਕਾਂ ਦੇ ਵਿੱਚ ਇਹ ਵਾਦੀ ਆ ਗਈ ਹੈ। ਹੁਣ ਕੇਸ ਕੱਟਣ ਨੂੰ ਲੋਕਾਂ ਨੇ ਆਪਣਾ ਫੈਸ਼ਨ ਬਣਾ ਲਿਆ। ਸਿੱਖਾਂ ਦੇ ਬੱਚੇ ਵੀ, ਕੋਈ ਸਹਿਜਧਾਰੀ ਵੀਰ ਕੇਸ ਕਟਾਵੇ, ਗੱਲ ਸਮਝ ਆਉਂਦੀ ਆ, ਉਹਨਾਂ ਨੂੰ ਨਹੀਂ ਸਮਝ, ਪਰ ਸਿੱਖ ਦਾ ਬੱਚਾ ਆਪਣੇ ਕੇਸ ਕਤਲ ਕਰਾਵੇ, ਇਹ ਸਭ ਤੋਂ ਵੱਡੀ ਨਮੋਸ਼ੀ ਦੀ ਬਾਤ ਹੈ। ਪੂਰੇ ਸੰਸਾਰ ਭਰ ਦੇ ਵਿੱਚ ਵਿਸ਼ਵ ਦੇ ਸਭ ਤੋਂ ਸੁੰਦਰ ਮਨੁੱਖ ਦੀ ਚੋਣ ਹੋਣੀ ਸੀ ਅਮਰੀਕਾ ਵਿੱਚ ਕੁਝ ਸਾਲ ਪਹਿਲਾਂ, ਕਿ ਸਭ ਤੋਂ ਸੁੰਦਰ ਸਵਰੂਪ ਮਨੁੱਖ ਕੌਣ ਹੈ। ਬੜੇ ਬੜੇ ਲੋਕਾਂ ਨੇ ਉਸ ਮੁਕਾਬਲੇ ਵਿੱਚ ਹਿੱਸਾ ਲਿਆ। ਇੱਕ ਸਾਬਤ ਸੂਰਤ ਦਾੜੇ ਪ੍ਰਕਾਸ਼ ਵਾਲੇ ਗੁਰੂ ਕੇ ਸਿੱਖ ਨੇ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ, ਔਰ ਸਭ ਤੋਂ ਸੁੰਦਰ ਮਨੁੱਖ ਦਾ ਜਿਹੜਾ ਅਵਾਰਡ ਸੀ ਉਹ ਇੱਕ ਸਿੱਖ ਦੇ ਬੱਚੇ ਨੂੰ ਪ੍ਰਾਪਤ ਹੋਇਆ ਸੀ। ਇਹ ਭੁਲੇਖਾ ਹੈ ਕਈਆਂ ਦੇ ਦਿਲਾਂ ਵਿੱਚ ਕਿ ਸ਼ਾਇਦ ਇਹ ਜਿਹੜੇ ਕੇਸ ਕਟਾ ਕੇ ਸੁੰਦਰ ਸਰੂਪ ਲੱਗਦੇ ਹਨ, ਕੇਸ ਕਤਲ ਕਰਾਣਾ ਸੁੰਦਰਤਾ ਨਹੀਂ, ਕੇਸਾਂ ਦੇ ਸਹਿਤ ਸਾਬਤ ਸੂਰਤ ਰਹਿਣਾ ਅਤੀ ਸੁੰਦਰਤਾ ਹੈ। ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ ਜਦੋਂ ਗੁਰਬਾਣੀ ਵਿੱਚ ਸਤਿਗੁਰੂ ਜੀ ਕਥਨ ਕਰਦੇ ਹਨ ਤਾਂ ਵਾਹਿਗੁਰੂ ਦਾ ਸਵਰੂਪ ਵੀ ਕੇਸਾ ਧਾਰੀ ਵਰਣਨ ਕਰਦੇ। ਜਦੋਂ ਮਹਾਰਾਜ ਜੀ ਬਚਨ ਕਰਦੇ ਹਨ ਕਿ हे ਪ੍ਰਭੂ ਤੂੰ ਕੇਸਾ ਧਾਰੀ ਹੈ, ਜਦੋਂ ਕਹਿੰਦੇ ਆ ਨਾ ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਨ ਲੰਮੜੇ ਵਾਲਾ, ਸੋਹਣੇ ਨੱਕ ਜਨ ਲੰਮੜੇ ਵਾਲਾ, ਇਹ ਵਾਹਿਗੁਰੂ ਦਾ ਸਰੂਪ ਹੈ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਉਹ ਜੋ ਸਵਰੂਪ ਲੋਕ ਤਿਆਗ ਚੁੱਕੇ ਸਨ, ਇੱਕ ਸੰਪੂਰਨ ਮਨੁੱਖ ਦਾ ਖਾਲਸ ਰੂਪ, ਉਹ ਆਪਣੇ ਖਾਲਸੇ ਨੂੰ ਬਖਸ਼ਿਆ ਹੈ। ਹਾਂਜੀ, ਰਚਿਓ ਸੋ ਈਸ਼ਰ ਮਾਨੁਖ ਦੇ, ਈਸ਼ਵਰ ਨੇ ਮਨੁੱਖੀ ਦੇਹ ਦੀ ਰਚਨਾ ਕੀਤੀ ਹੈ। ਕਰਿਓ ਸੁਭਾਏ ਮਾਨ ਛਬ ਗ੍ਰੇ, ਔਰ ਕਹਿੰਦੇ ਇਸ ਮਨੁੱਖਾ ਦੇਹ ਨੂੰ ਈਸ਼ਵਰ ਨੇ ਰਚ ਕੇ ਸੁਭਾਏ ਮਾਨ ਕੀਤਾ। ਉੱਤਮ ਅੰਗ ਪਰ ਸੁੰਦਰ ਕਰੇ, ਸਾਰੇ ਸਰੀਰ ਦੇ ਅੰਗਾਂ ਤੋਂ ਉੱਚਾ ਸਿਰ ਹੈ, ਤੇ ਵਾਹਿਗੁਰੂ ਨੇ ਨਾ ਕੇਸਾਂ ਨੂੰ ਕਿੰਨਾ ਮਾਣ ਦਿੱਤਾ, ਸਿਰ ਦੇ ਉੱਤੇ ਕੇਸ ਪੈਦਾ ਕੀਤੇ ਨੇ। ਹਾਂਜੀ, ਅਧਿਕ ਰੂਪ ਕੇਸ਼ਨ ਤੇ ਤਰੇ, ਔਰ ਕੇਸਾਂ ਦੀ ਉੱਤਮਤਾ ਵਰਣਨ ਕੀਤੀ। ਅਧਿਕ ਸੁੰਦਰ ਸਰੂਪ ਵਾਲਾ ਕੇਸਾ ਧਾਰੀ ਰੂਪ ਮਹਾਰਾਜ ਜੀ ਨੇ ਜੀਵ ਨੂੰ ਬਖਸ਼ਿਆ। ਤਿਨੇ ਮੁੰਡਾਏ ਵਿਚਾਰ ਬਹੀਨੇ, ਇਹ ਵਿਚਾਰ ਵੀ ਹੋਣੇ ਬੰਦੇ ਉਹਨਾਂ ਕੇਸਾਂ ਨੂੰ ਮੁੰਡਾਉਂਦਿਆਂ ਦੇਰੀ ਨਹੀਂ ਲਾਉਂਦੇ। ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਆਪਣੇ ਕੇਸ ਗਵਾ ਲੈਂਦੇ ਨੇ, ਉਹਨਾਂ ਦੇ ਮੂੰਹ ਦੇ ਥੁੱਕ ਦੇ ਨਾਲ ਮੂੰਹ ਤੇ ਚਪੇੜਾਂ ਖਾਂਦੇ ਆ, ਲਾਹਨਤਾਂ ਦੇ ਧਾਰਨੀ ਬਣਦੇ ਆ। ਧਰਮ ਚਾਤੁਰਤਾ ਹਤ ਹਿਤ ਚੀਨੇ, ਔਰ ਆਪਣੀ ਧਰਮ ਦੀ ਚਾਰੁਤਾ ਨੂੰ, ਸੁੰਦਰਤਾ ਨੂੰ ਤਿਆਗ ਦਿੰਦੇ ਹਨ। ਸਭ ਜਗ ਮੈਂ ਫੈਲੀ ਦੁਰਮਤੀ, ਮਹਾਰਾਜ ਜੀ ਕਹਿੰਦੇ ਖੋਟੀ ਮੱਤ ਹੈ ਜਿਹੜੀ ਜਗਤ ਵਿੱਚ ਫੈਲੀ ਹੈ, ਉਹ ਹਟ ਸਕੇ ਰੀਤ ਪਿਖ ਅਤੀ, ਕਹਿੰਦੇ ਇਹੋ ਜੀ ਇਹ ਰੀਤ ਭੈੜੀ ਪਿਰਤ ਚੱਲ ਪਈ ਹੈ ਸੰਸਾਰ ਦੇ ਵਿੱਚ, ਜਿਹੜੀ ਹੁਣ ਹਟਣੀ ਔਖੀ ਹੈ। ਇਸ ਬਿਦ ਕੇ ਸ਼ਲੋਕ ਰਚ ਰਾਖੇ, ਬਕਾਇਦਾ ਬਾਹਮਣਾ ਨੇ ਇਦਾਂ ਦੇ ਸ਼ਲੋਕ ਹੀ ਰਚ ਦਿੱਤੇ ਵਿੱਚ। ਵਿੱਚ ਪੁਰਾਣ ਦਿਖਾਵਤ ਸਾਖੇ, ਪੁਰਾਣਾਂ ਦੇ ਵਿੱਚ ਵਿਖਾ ਦਿੱਤੇ ਜੀ, ਵੇਖੋ ਸ਼ਲੋਕ ਲਿਖੇ ਹਨ। ਪੂਰਬਲੀ ਨੇ ਰੀਤ ਵਿਚਾਰੇ, ਔਰ ਪੂਰਬਲੀ ਰੀਤ ਨੂੰ ਨਹੀਂ ਵਿਚਾਰਦੇ ਵੀ ਪਹਿਲਾਂ ਸਾਰੇ ਕੇਸਾ ਧਾਰੀ ਸਨ। ਕੇਸ ਦਿਜਾ ਦਿਜ ਪੀ ਸਿਰ ਧਾਰੇ, ਚਾਹੇ ਕੋਈ ਬ੍ਰਾਹਮਣ ਸੀ ਚਾਹੇ ਕੋਈ ਬ੍ਰਾਹਮਣ ਨਾ ਹੋਵੇ, ਸਾਰੇ ਕੇਸ ਧਾਰਦੇ ਸਨ।
ਹਨ। ਸ੍ਰੀ ਮੁਖ ਤੇ ਸੁਨ ਬਾਕ ਸੁਹਾਏ, ਕਲਗੀਧਰ ਜੀ ਦੇ ਮੁਖੋਂ ਇਹ ਸੁੰਦਰ ਵਾਕ ਸੁਣੇ। ਨੌ ਨਿਧ ਖੱਤਰੀ ਸੱਚ ਲਖ ਪਾਏ। ਨੌ ਨਿਧ ਭੰਡਾਰੀ ਨੇ ਗੁਰਦੇਵ ਦੇ ਬਚਨਾਂ ਨੂੰ ਸੱਚ ਕਰਕੇ ਜਾਣਿਆ, ਕਿਉਂਕਿ ਪੜ੍ਹਿਆ ਲਿਖਿਆ ਸੀ। ਉਹਨੇ ਪੜ੍ਹੇ ਸਨ ਸ਼ਾਸਤਰ ਸਾਰੇ। ਕਹਿੰਦਾ ਮਹਾਰਾਜ ਤੁਸੀਂ ਜੋ ਕਹਿੰਦੇ ਹੋ ਸਹੀ ਕਹਿ ਰਹੇ ਹੋ। ਤਨ ਤਨ ਗੁਰ ਕਹਿ ਕਰ ਨਮੋ, ਧੰਨ ਹੋ ਸਤਿਗੁਰੂ ਜੀ, ਤੁਸੀਂ ਧੰਨ ਹੋ ਕਹਿ ਕੇ ਨਮਸਕਾਰ ਕਰਦਾ। ਆਪਣੇ ਕਰ ਗਮਨਿਓ ਤੈ ਸਮੋ। ਔਰ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਨੌਨਿਧ ਜੀ ਆਪਣੇ ਘਰੇ ਚਲੇ ਗਏ। ਪ੍ਰਭ ਜੀ ਬਸੇ ਆਗਰੇ ਮਾਈ, ਕਲਗੀਧਰ ਜੀ ਆਗਰੇ ਨਗਰ ਚ ਵਸਦੇ ਨੇ। ਦਰਸ਼ਨ ਇਤੇ ਆਵੇ ਇਕ ਜਾਈ, ਦਰਸ਼ਨਾਂ ਵਾਸਤੇ ਕਾ ਰਹੇ ਨੇ, ਜਾ ਰਹੇ ਨੇ। ਸੁੰਦਰ ਮੰਦਰ ਉਪਬਨ ਵਿਖੇ, ਸੋਹਣੇ ਬਾਗ ਵਿੱਚ ਸੋਹਣੇ ਮੰਦਿਰ ਚ ਸਤਿਗੁਰੂ ਜੀ ਵਸਦੇ ਨੇ। ਸਗਨ ਤਰੋਵਰ ਹਰੀਅਲ ਪਿਖੇ, ਬੜੇ ਹਰਿਆਵਲ ਭਰੇ ਸੰਘਣੇ ਦਰਖਤ ਨੇ। ਕੁੰਜਤ ਨਾਨਾ ਰੰਗ ਬਿਹੰਗ, ਨਾਨਾ ਰੰਗਾਂ ਦੇ ਸੋਹਣੇ ਪੰਛੀ ਚੌਕਦੇ ਹਨ। ਸ਼ੁਭਤ ਬਾਗ ਫਲ ਫੂਲਨ ਸੰਗ, ਬਾਗ ਸੋਹਣੇ ਫਲਾਂ ਤੇ ਫੁੱਲਾਂ ਨਾਲ ਸੋਭਨੀਕ ਹੁੰਦਾ ਹੈ। ਪਾਵਸ ਰਿਤੋ ਪਸਰੀ ਕਨ ਕੋਰ, ਮੀਂਹ ਦੀ ਰੁੱਤ ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲ ਛਾਏ ਰਹਿੰਦੇ ਹਨ। ਠੋਰ ਠੋਰ ਬੋ ਮੋਰਨ ਸ਼ੋਰ, ਥਾਂ ਤੇ ਮੋਰਾਂ ਦਾ ਸ਼ੋਰ ਸੁਣਾਈ ਦਿੰਦਾ ਹੈ। ਚਿਤ ਪਰ ਪੁਲਤ ਪਈ ਜਲ ਪਰ ਕੈ, ਸਾਰੀ ਧਰਤੀ ਦੇ ਉੱਤੇ ਮੀਂਹ ਵਰਸਦਾ ਹੈ। ਨਿਤ ਸਿਉ ਵੈਰ ਸਰੋਵਰ ਭਰ ਕੈ, ਤਲਾਬ ਤੇ ਸਰੋਵਰ ਪਾਣੀ ਦੇ ਭਰ ਕੇ ਬਾਹਰ ਨੂੰ ਨਿਕਲਣ ਲੱਗੇ ਹਨ, ਉਛਲਣ ਲੱਗੇ ਹਨ। ਵੇਗ ਗਾਮਨੀ ਸਲਤਾ ਹੋਈ, ਯਮਨਾ ਵੀ ਤੇਜ਼ੀ ਦੇ ਨਾਲ ਵਗਣ ਲੱਗੀ, ਪਾਣੀ ਇਹਦੇ ਚ ਵੀ ਭਰ ਕੇ ਵਗਦਾ ਹੈ। ਤਪਤ ਹਤੀ ਸੀਤਲ ਸਭ ਕੋਈ, ਤੇ ਗਰਮੀ ਜਿਹੜੀ ਜੇਠ ਹਾੜ ਦੀ ਸੀ ਦੂਰ ਹੋਈ, ਸ਼ੀਤਲਤਾ ਦਾ ਮੌਸਮ ਬਣ ਗਿਆ। ਬਸੇ ਬਾਗ ਮੈਂ ਗੁਰੂ ਚੁਮਾਸਾ, ਸੋਹਣੇ ਬਾਗ ਵਿੱਚ ਸਤਿਗੁਰੂ ਜੀ ਚੁਮਾਸੇ ਚ ਵਸਦੇ ਹਨ। ਸਿੱਖ ਸੰਗਤ ਕੀ ਪੁਰਵ ਤੇ ਆਸਾ, ਔਰ ਆਪਣੀਆਂ ਸਿੱਖ ਸੰਗਤਾਂ ਦੀਆਂ ਆਸਾਂ ਪੂਰਨ ਕਰਦੇ ਹਨ। ਕਬ ਕਬ ਮੇਲ ਸ਼ਾਹ ਸੋ ਬਨੇ, ਕਦੇ ਕਦੇ ਬਹਾਦਰ ਸ਼ਾਹ ਨਾਲ ਜਾ ਕੇ ਸਤਿਗੁਰੂ ਜੀ ਮਿਲਦੇ ਨੇ। ਕਵੀ ਸੰਤੋਖ ਸਿੰਘ ਸੋ ਅਬ ਪਨੇ, ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਬਹਾਦਰ ਸ਼ਾਹ ਨਾਲ ਕਈ ਵਾਰੀ ਮੇਲ ਹੁੰਦਾ ਹੈ। ਉਹ ਸਾਰੇ ਪ੍ਰਸੰਗ ਹੁਣ ਮੈਂ ਅੱਗੇ ਆਪ ਜੀ ਨੂੰ ਸੁਣਾਉਂਦਾ ਹਾਂ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਨਾਸੀ ਅਗਨਾਸ ਹੈ ਪੁਰਨ ਹੈ ਸਰਬਮੈ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ हे संत है कै सदा संग ਨਾਰਾਇਣਾਧਾਰ हे ठाकुर हों दासरो ਨਿਰਗੁਣ ਗੁਣ ਨਹੀਂ ਕੋਈ नानक दीजै नाम दान ਕੋਈ ਹੈ ਪਰੋ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਓਤ ਨਿਆਲ वाहिगुरु नाम जहाज है ਚੜੇ ਸੋਤਰੇ ਪਾਰ जो शरदा कर सेवंदे ਗੁਰ ਪਾਰਿ ਉਤਾਰ
ਨਿਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਨਾਨਕਸਰ ਕੁਟੀਆ ਤ੍ਰਿਪੜੀ ਵਿਖੇ ਜੋ ਪਿਛਲੇ 40 ਦਿਨਾਂ ਤੋਂ 1.25 ਲੱਖ ਜਪਜੀ ਸਾਹਿਬ ਦੇ ਪਾਠਾਂ ਦੇ ਜਾਪ ਚੱਲ ਰਹੇ ਸਨ, ਅੱਜ ਉਹਨਾਂ ਦੀ ਸੰਪੂਰਨਤਾ ਹੋਣੀ ਹੈ। 7:30 ਤੋਂ 9 ਵਜੇ ਤੱਕ ਅੱਜ ਰਾਤ ਦੇ ਦੀਵਾਨ ਨਾਨਕਸਰ ਕੁਟੀਆ ਵਿਖੇ ਸਜ ਰਹੇ ਨੇ। ਸਜੇ ਹੋਏ ਦੀਵਾਨਾਂ 'ਚ ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ ਕੀਰਤਨ ਦੀ ਹਾਜ਼ਰੀ ਭਰਨਗੇ। ਆਪ ਜੀ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।